जय मसीह की सबको। प्रेज द लॉर्ड, हालेलुया। मैं एवेंजलिस्ट राजविंदर कौर। ਅੱਜ ਦਾ ਜੋ ਟੌਪਿਕ ਆ ਉਹ ਹੈ ਬੈਪਟਿਜ਼ਮ। ਦਾ ਇਬਰਾਨੀ ਭਾਸ਼ਾ ਦੇ ਵਿੱਚ ਜਿਹੜਾ ਮੀਨਿੰਗ ਸੀ ਉਹ ਸੀ ਬੈਪਟਿਜ਼ੋ ਦਾ ਮੀਨਿੰਗ ਸੀ ਡਿਬੋਣਾ ਲਾਈਕ ਇਹ ਜਿਹੜਾ ਸ਼ਬਦ ਆ ਇਹ ਯੂਜ਼ ਹੁੰਦਾ ਸੀ ਜਿੱਥੇ ਕੱਪੜੇ ਰੰਗਦੇ ਆ ਉੱਥੇ ਯੂਜ਼ ਹੁੰਦਾ ਸੀ ਕਿ ਉਹ ਕੱਪੜੇ ਨੂੰ ਮਤਲਬ ਰੰਗਦੇ ਸੀ, ਉਹਨੂੰ ਰੰਗ ਦੇ ਵਿੱਚ ਜਿਹੜੇ ਵੀ ਮਰਜ਼ੀ ਰੰਗ ਵਿੱਚ ਡੁਬੋਂਦੇ ਸੀ ਉਹਦੇ 'ਤੇ ਉਹੀ ਰੰਗ ਚੜ੍ਹ ਜਾਂਦਾ ਸੀਗਾ। ਸੋ ਉੱਥੋਂ ਇਹ ਸ਼ਬਦ ਬਣਿਆ ਆ ਬੈਪਟਿਜ਼ਮ। ਅਤੇ ਬੈਪਟਿਜ਼ਮ ਅੱਜ ਜੇ ਅਸੀਂ ਪਾਣੀ ਦੇ ਵਿੱਚ ਬੈਪਟਿਜ਼ਮ ਲੈਂਦੇ ਹਾਂ ਅਤੇ ਉਹਦਾ ਇਹ ਮਤਲਬ ਨਹੀਂ ਹੈਗਾ ਕਿ ਅਸੀਂ ਪਾਣੀ ਵਰਗੇ ਹੋ ਜਾਂਦੇ ਹਾਂ। ਬੈਪਟਿਜ਼ਮ ਦਾ ਮਤਲਬ ਇਹ ਕਿ ਜਦੋਂ ਅਸੀਂ ਬੈਪਟਿਜ਼ਮ ਲੈਂਦੇ ਹਾਂ ਪ੍ਰਭੂ ਯਿਸੂ ਮਸੀਹ 'ਤੇ ਵਿਸ਼ਵਾਸ ਕਰਕੇ ਅਤੇ ਅਸੀਂ ਪ੍ਰਭੂ ਯਿਸੂ ਮਸੀਹ ਦੇ ਰੰਗ ਵਿੱਚ ਰੰਗ ਜਾਂਦੇ ਹਾਂ। ਹਾਲੇਲੂਇਆ। ਸੋ ਆਪਾਂ ਬਾਈਬਲ ਦੇ ਵਿੱਚੋਂ ਵੀ ਇਸ ਚੀਜ਼ ਨੂੰ ਦੇਖਦੇ ਹਾਂ। ਹਾਲੇਲੂਇਆ। ਆਪਾਂ ਮਤੀ ਦੇ ਵਿੱਚ ਦੇਖਦੇ ਹਾਂ, ਮਤੀ 28 ਦੀ 19 ਅਤੇ 20 ਐਤ ਨੂੰ ਦੇਖਦੇ ਹਾਂ। ਲਿਖਿਆ ਹੋਇਆ ਆ 19 ਐਤ ਦੇ ਵਿੱਚ, ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। 20 ਵਿੱਚ ਲਿਖਿਆ ਅਤੇ ਉਹਨਾਂ ਨੂੰ ਸਿਖਾਓ ਕਿ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਆ, ਅਤੇ ਵੇਖੋ ਮੈਂ ਸੰਸਾਰ ਦੇ ਅੰਤ ਤੱਕ ਹਰ ਵੇਲੇ ਤੁਹਾਡੇ ਨਾਲ ਹਾਂ। ਹਾਲੇਲੂਇਆ, ਹਾਲੇਲੂਇਆ। ਸੋ ਪਹਿਲੇ ਨੰਬਰ 'ਤੇ ਇਹ ਪਰਮੇਸ਼ਵਰ ਦਾ ਹੁਕਮ ਆ, ਇਹ ਵਿਸ਼ਵਾਸੀਆਂ ਦੇ ਵਾਸਤੇ ਹੁਕਮ ਆ ਕਿ ਜਿਹੜੇ ਬੰਦੇ ਨੇ ਪਰਮੇਸ਼ਵਰ ਦਾ ਚੇਲਾ ਬਣਨਾ ਆ, ਪ੍ਰਭੂ ਯਿਸੂ ਮਸੀਹ ਨੂੰ ਫੋਲੋ ਕਰਨਾ ਆ, ਪ੍ਰਭੂ ਯਿਸੂ ਮਸੀਹ ਦੇ ਉੱਪਰ ਵਿਸ਼ਵਾਸ ਕਰਨਾ ਆ, ਬਪਤਿਸਮਾ ਉਹਦੇ ਲਈ ਹੁਕਮ ਆ। ਸੋ ਇਸ ਕਰਕੇ ਪਹਿਲਾਂ ਕੀ ਹੈ ਕਿ ਹੁਕਮ ਆ। ਇਸ ਤੋਂ ਗਾਂਹ ਵੀ ਆਪਾਂ ਸਿੱਖਦੇ ਹਾਂ ਕਿ ਬਾਈਬਲ ਆਪਾਂ ਨੂੰ ਕੀ ਬਿਆਨ ਕਰਦੀ ਆ। ਹਾਲੇਲੂਇਆ। ਅਤੇ ਜੋ ਪਰਮੇਸ਼ਵਰ ਨੇ ਕਿਹਾ ਹੈ ਕਿ ਮੇਰੀਆਂ ਗੱਲਾਂ ਸਿਖਾਓ, ਉਹਨਾਂ ਨੂੰ 20 ਦੇ ਵਿੱਚ ਲਿਖਿਆ ਹੈ ਕਿ ਉਹਨਾਂ ਦੀ ਪਾਲਣਾ ਕਰਨ। ਬਪਤਿਸਮਾ ਜਦੋਂ ਲੈ ਲੈਂਦੇ ਆਪਾਂ, ਫਿਰ ਆਪਾਂ ਨੂੰ ਪਰਮੇਸ਼ਵਰ ਦੀਆਂ ਗੱਲਾਂ ਦੀ ਪਾਲਣਾ ਕਰਨੀ ਪੈਂਦੀ ਆ, ਪਰਮੇਸ਼ਵਰ ਦੇ ਹੁਕਮਾਂ ਦੀ ਪਾਲਣਾ ਕਰਨੀ ਪੈਂਦੀ। ਜਿਵੇਂ ਕਿ 10 ਹੁਕਮ ਵੀ ਪਰਮੇਸ਼ਵਰ ਨੇ ਦਿੱਤੇ ਹੋਏ ਆਪਣੇ, ਜਿਹਦੇ ਵਿੱਚ ਲਿਖਿਆ ਚੋਰੀ ਨਹੀਂ ਕਰਨੀ, ਭਿਚਾਰ ਨਹੀਂ ਕਰਨਾ, ਅਤੇ ਆਪਣੇ ਗੁਆਂਢੀ ਦੇ ਘਰ ਦਾ ਲਾਲਚ ਨਹੀਂ ਕਰਨਾ, ਆਪਣੇ ਮਾਂ ਬਾਪ ਦਾ ਆਦਰ ਕਰਨਾ, ਜਾਂ ਪਰਮੇਸ਼ਵਰ ਦਾ ਨਾਮ ਵਿਅਰਥ ਨਹੀਂ ਲੈਣਾ ਹੈਗਾ। ਬਹੁਤ ਸਾਰੇ ਹੁਕਮ ਇਸ ਤਰ੍ਹਾਂ ਦੇ ਆਪਾਂ ਨੂੰ ਬਾਈਬਲ ਦੇ ਵਿੱਚ ਲਿਖੇ ਹੋਏ ਆ ਜੋ ਆਪਾਂ ਪੂਰੇ ਕਰਨੇ ਆ। ਹਾਲੇਲੂਇਆ। ਫਿਰ ਜਦੋਂ ਆਪਾਂ ਮਾਰਕੁਸ ਦੇ ਵਿੱਚ ਪੜ੍ਹਦੇ ਹਾਂ, ਉਹਦੇ ਵਿੱਚ ਲਿਖਿਆ ਆ ਮਾਰਕੁਸ 16 ਦੀ 15-16 ਐਤ ਵਿੱਚ ਲਿਖਿਆ ਹੈ, ਕਹਿੰਦਾ ਉਸਨੇ ਉਹਨਾਂ ਨੂੰ ਆਖਿਆ ਤੁਸੀਂ ਸਾਰੇ ਸੰਸਾਰ ਵਿੱਚ ਜਾ ਕੇ ਸਰਬੱਤ ਸ੍ਰਿਸ਼ਟੀ ਦੇ ਸਾਹਮਣੇ ਖੁਸ਼ਖਬਰੀ ਦਾ ਪ੍ਰਚਾਰ ਕਰੋ। 16 ਵਿੱਚ ਲਿਖਿਆ, ਕਹਿੰਦਾ ਜਿਹੜਾ ਵਿਸ਼ਵਾਸ ਕਰੇ ਅਤੇ ਬਪਤਿਸਮਾ ਲਵੇ ਉਹ ਬਚਾਇਆ ਜਾਵੇਗਾ। ਕੀ ਲਿਖਿਆ 16 ਦੇ ਵਿੱਚ? ਜਿਹੜਾ ਵਿਸ਼ਵਾਸ ਕਰੇ। ਬਪਤਿਸਮੇ ਤੋਂ ਪਹਿਲਾਂ ਕੀ ਆ? ਵਿਸ਼ਵਾਸ ਕਰਨਾ। ਜੇਕਰ ਅੱਜ ਜਿਨ੍ਹਾਂ ਨੇ ਬਪਤਿਸਮਾ ਲੈਣਾ ਆ, ਸਭ ਤੋਂ ਪਹਿਲਾਂ ਤੁਹਾਡਾ ਵਿਸ਼ਵਾਸ ਹੋਣਾ ਚਾਹੀਦਾ ਪ੍ਰਭੂ ਦੇ ਉੱਪਰ। ਤੁਹਾਨੂੰ ਵਿਸ਼ਵਾਸ ਹੋਣਾ ਚਾਹੀਦਾ ਕਿ ਉਹ ਮੇਰਾ ਉਧਾਰ ਕਰਤਾ ਆ। ਤੁਹਾਨੂੰ ਵਿਸ਼ਵਾਸ ਹੋਣਾ ਚਾਹੀਦਾ ਕਿ ਉਹ ਮੇਰੇ ਲਈ ਸਭ ਕੁਝ ਕਰਨ ਦੀ ਸਾਮਰਥ ਰੱਖਦਾ ਆ। ਉਹ ਮੇਰੇ ਲਈ ਮਾਰਿਆ ਗਿਆ, ਗਾੜਿਆ ਗਿਆ, ਫਿਰ ਤੀਸਰੇ ਦਿਨ ਜੀ ਉੱਠਿਆ। ਤੁਹਾਡਾ ਇਹ ਵਿਸ਼ਵਾਸ ਹੋਣਾ ਚਾਹੀਦਾ ਆ। ਕਹਿੰਦਾ ਕਿ ਜਿਹੜਾ ਵਿਸ਼ਵਾਸ ਕਰੇ ਅਤੇ ਉਹ ਬਪਤਿਸਮਾ ਲਵੇ, ਕਹਿੰਦਾ ਉਹ ਬਚਾਇਆ ਜਾਵੇਗਾ। ਪਰ ਜਿਹੜਾ ਪ੍ਰਤੀਤ ਨਾ ਕਰੇ ਉਸ ਉੱਤੇ ਸਜ਼ਾ ਦਾ ਹੁਕਮ ਕੀਤਾ ਜਾਵੇਗਾ। ਹੁਣ ਕਿਹਦੇ ਉੱਤੇ ਸਜ਼ਾ ਦਾ ਹੁਕਮ ਕੀਤਾ ਜਾਵੇਗਾ? ਜਿਹੜਾ ਬਿਨਾਂ ਪ੍ਰਤੀਤ ਕੀਤੇ ਬਪਤਿਸਮਾ ਲੈ ਲੈਂਦਾ ਆ, ਕਿ ਉਹਨੂੰ ਕੋਈ ਪ੍ਰਤੀਤ ਨਹੀਂ, ਉਹਨੂੰ ਪ੍ਰਭੂ ਬਾਰੇ ਕੁਛ ਨਹੀਂ ਪਤਾ ਹੈਗਾ, ਪਰ ਉਹ ਬਪਤਿਸਮਾ ਲੈ ਲੈਂਦਾ ਆ। ਇਹ ਵੀ ਇੱਕ ਗਲਤ ਗੱਲ ਆ। ਸਭ ਤੋਂ ਪਹਿਲਾਂ ਪਰਮੇਸ਼ਵਰ ਨੂੰ ਜਾਣੋ। ਪਰਮੇਸ਼ਵਰ 'ਤੇ ਜੇਕਰ ਤੁਹਾਡਾ ਵਿਸ਼ਵਾਸ ਆ, ਫਿਰ ਤੁਸੀਂ ਬਪਤਿਸਮਾ ਲਓ ਤਾਂ ਕਿ ਆਪਾਂ ਸਜ਼ਾ ਦਾ ਹੁਕਮ ਨਾ ਪਾਈਏ। ਹਾਲੇਲੂਇਆ। ਆਪਾਂ ਬਰਕਤ ਦਾ ਕਾਰਨ ਠਹਿਰੀਏ, ਦੂਸਰਿਆਂ ਲਈ ਵੀ, ਆਪਣੇ ਆਪ ਦੇ ਲਈ ਵੀ। ਹਾਲੇਲੂਇਆ, ਹਾਲੇਲੂਇਆ। ਜਿੱਦਾਂ ਹੁਣ ਆਪਾਂ 1 ਕੁਰਿੰਥੀਆਂ ਉਹਦੀ 10 ਦੀ 1 ਤੋਂ 4 ਵਿੱਚ ਵੀ ਪੜ੍ਹਦੇ ਹਾਂ, ਉਹਦੇ ਵਿੱਚ ਲਿਖਿਆ, ਕਹਿੰਦਾ ਹੇ ਭਰਾਵੋ ਮੈਂ ਨਹੀਂ ਚਾਹੁੰਦਾ ਜੋ ਤੁਸੀਂ ਇਸ ਤੋਂ ਅਣਜਾਣ ਰਹੋ ਕਿ ਸਾਡੇ ਪਿਓ ਦਾਦੇ ਬੱਦਲਾਂ ਦੇ ਹੇਠ ਸਨ ਅਤੇ ਉਹ ਸਾਰੇ ਸਮੁੰਦਰ ਦੇ ਵਿੱਚੋਂ ਦੀ ਲੰਘ ਗਏ। ਸਾਰੇ ਸਮੁੰਦਰ ਦੇ ਵਿੱਚੋਂ ਦੀ ਲੰਘ ਗਏ। ਦੂਸਰੇ ਵਿੱਚ ਲਿਖਿਆ ਆ ਅਤੇ ਸਭਨਾਂ ਨੂੰ ਉਸ ਬੱਦਲ ਅਤੇ ਉਸ ਸਮੁੰਦਰ ਵਿੱਚ ਮੂਸਾ ਦਾ ਬਪਤਿਸਮਾ ਮਿਲਿਆ। ਉਸ ਬੱਦਲਾਂ ਦੇ ਹੇਠ, ਅਸਮਾਨ ਦੇ ਹੇਠ ਅਤੇ ਸਮੁੰਦਰ ਦੇ ਵਿੱਚ
ਉਹਨਾਂ ਨੂੰ ਬਪਤਿਸਮਾ ਮਿਲਿਆ ਮੂਸਾ ਦਾ। 3 ਵਿੱਚ ਲਿਖਿਆ ਕਹਿੰਦਾ ਸਭਨਾਂ ਨੇ ਇੱਕੋ ਆਤਮਾ ਇੱਕੋ ਭੋਜਨ ਖਾਧਾ। 4 ਵਿੱਚ ਲਿਖਿਆ ਕਹਿੰਦਾ ਸਭਨਾਂ ਨੇ ਇੱਕੋ ਆਤਮਿਕ ਜਲ ਪੀਤਾ, ਕਿਉਂ ਜੋ ਉਹਨਾਂ ਨੇ ਉਸ ਆਤਮਿਕ ਚਟਾਨ ਤੋਂ ਜਲ ਪੀਤਾ ਜਿਹੜਾ ਉਹਨਾਂ ਦੇ ਮਗਰ ਮਗਰ ਚੱਲਦਾ ਸੀ, ਅਤੇ ਉਹ ਚਟਾਨ ਮਸੀਹ ਸੀ। ਹਾਲੇਲੂਇਆ। ਸੋ ਇਸ ਚੀਜ਼ ਦੇ ਵਿੱਚ ਨਾ ਰਹੀਓ ਕਿ ਸ਼ਾਇਦ ਪ੍ਰਾਣੀਆਂ ਨੇ ਬਪਤਿਸਮਾ ਨਹੀਂ ਲਿਆ, ਜਿਹੜੇ ਮੂਸਾ ਦੇ ਨਾਲ ਸੀ ਸ਼ਾਇਦ ਉਹਨਾਂ ਨੇ ਬਪਤਿਸਮਾ ਨਹੀਂ ਲਿਆ ਸੀਗਾ, ਉਹਨਾਂ ਨੂੰ ਤਾਂ ਸ਼ਾਇਦ ਉੱਦਾਂ ਹੀ ਪਰਮੇਸ਼ਵਰ ਨੇ ਹੈ ਨਾ ਕਿ ਵੀ ਬਰਕਤ ਦੇਤੀ ਸੀ। ਬਟ ਪਰਮੇਸ਼ਵਰ ਨੇ ਕਿਹਾ ਹੋਇਆ ਕਹਿੰਦਾ ਕਿ ਉਹ ਲੋਕਾਂ ਨੇ ਵੀ ਇੱਕ ਜਲ ਪੀਤਾ ਸੀ, ਇੱਕ ਪਿਆਲੇ 'ਚੋਂ ਪੀਤਾ ਸੀਗਾ, ਕਿ ਜਦੋਂ ਉੱਥੇ ਚਟਾਨ ਦੇ ਵਿੱਚੋਂ ਕੀ ਨਿਕਲਿਆ ਸੀਗਾ, ਜਲ ਵਗਿਆ ਸੀ, ਉੱਥੋਂ ਉਹਨਾਂ ਨੇ ਸਭਨਾਂ ਨੇ ਇੱਕ ਧਾਰਾ ਤੋਂ ਪੀਤਾ ਸੀ, ਇੱਕ ਧਾਰ ਤੋਂ ਪੀਤਾ ਸੀ ਉਹਨਾਂ ਨੇ। ਹਾਲੇਲੂਇਆ। ਤੇ ਕਹਿੰਦਾ ਉਹ ਜਿਹੜੀ ਚਟਾਨ ਸੀਗੀ ਉਹ ਕੀ ਸੀ? ਉਹ ਮਸੀਹ ਸੀ। ਜਿਹੜੀ ਚਟਾਨ ਦੇ ਵਿੱਚੋਂ ਪਾਣੀ ਵਗਿਆ ਸੀ ਉਹ ਮਸੀਹ ਸੀ, ਉਹ ਚਟਾਨ। ਹਾਲੇਲੂਇਆ। ਜੇ ਅਸੀਂ ਪੁਰਾਣੇ ਨਿਯਮ ਦੇ ਵਿੱਚ ਵੀ ਇਹਨਾਂ ਚੀਜ਼ਾਂ ਨੂੰ ਦੇਖਦੇ ਹਾਂ ਤਾਂ ਨਵੇਂ ਨਿਯਮ ਵਿੱਚ ਆਣ ਕੇ ਉਹਨਾਂ ਨੇ ਦੱਸਿਆ ਕਿ ਉਹ ਚਟਾਨ ਮਸੀਹ ਸੀ। ਹਾਲੇਲੂਇਆ। ਹੁਣ ਉਹ ਜਿਹੜੇ ਲੋਕ ਸੀਗੇ ਕੀ ਹੋਇਆ ਸੀਗਾ ਕਿ ਉਹ ਵੀ ਕਹਿੰਦਾ ਕਿ ਸਵਰਗ ਦੇ ਵਿੱਚ ਆ, ਪਰਮੇਸ਼ਵਰ ਦੇ ਸੱਜੇ ਹੱਥ ਆ, ਕਹਿੰਦਾ ਦੂਤ ਉਹਨਾਂ ਤੇ ਅਧਿਕਾਰ ਰੱਖਣ ਵਾਲੇ, ਸਾਮਰਥ ਰੱਖਣ ਵਾਲੇ ਉਹਨਾਂ ਦੇ ਅਧੀਨ ਕੀਤੇ ਗਏ। ਜਦੋਂ ਆਪਾਂ ਪੜ੍ਹਦੇ ਹਾਂ 1 ਪਤਰਸ ਉਹਦੀ 3:21 ਦੇ ਵਿੱਚ ਲਿਖਿਆ ਹੋਇਆ ਆ, ਕਹਿੰਦਾ ਉਹ ਸਵਰਗ ਵਿੱਚ ਜਾ ਕੇ ਪਰਮੇਸ਼ਵਰ ਦੇ ਸੱਜੇ ਹੱਥ ਹੈ, ਦੂਤ ਅਤੇ ਅਧਿਕਾਰ ਰੱਖਣ ਵਾਲੇ, ਸਾਮਰਥ ਰੱਖਣ ਵਾਲੇ ਉਸ ਦੇ ਅਧੀਨ ਕੀਤੇ ਗਏ ਹਨ। ਹਾਲੇਲੂਇਆ। ਹਾਲੇਲੂਇਆ। ਇਸੇ ਤਰ੍ਹਾਂ ਜਦੋਂ ਅਸੀਂ ਇਸੇ ਦੀ 1 ਪਤਰਸ 3:21 ਪੜ੍ਹਦੇ ਹਾਂ, ਉਹਦੇ ਵਿੱਚ ਲਿਖਿਆ ਕਹਿੰਦਾ ਇਹ ਬਪਤਿਸਮੇ ਨੂੰ ਦਰਸਾਉਂਦਾ ਹੈ ਜੋ ਹੁਣ ਤੁਹਾਨੂੰ ਵੀ ਯਿਸੂ ਮਸੀਹ ਦੇ ਜੀ ਉੱਠਣ ਦੇ ਕਾਰਨ ਬਚਾਉਂਦਾ ਹੈ। ਪ੍ਰਭੂ ਯਿਸੂ ਮਸੀਹ ਦੇ ਜੀ ਉੱਠਣ ਦੇ ਕਾਰਨ ਬਚਾਉਂਦਾ। ਅੱਜ ਜਿਹੜੇ ਲੋਕ ਵਿਸ਼ਵਾਸ ਕਰਦੇ ਪ੍ਰਭੂ ਯਿਸੂ ਮਸੀਹ ਜੀ ਉੱਠਿਆ, ਉਹ ਸਾਡੇ ਲਈ ਜੀ ਉੱਠਿਆ, ਤੇ ਬਪਤਿਸਮਾ ਉਹਨਾਂ ਲਈ ਲੈਣਾ ਜ਼ਰੂਰੀ ਆ, ਕਰਕੇ ਉਹਨਾਂ ਦਾ ਵਿਸ਼ਵਾਸ ਆ ਪ੍ਰਭੂ ਦੇ ਉੱਪਰ। ਹਾਲੇਲੂਇਆ। ਕਹਿੰਦਾ ਇਹ ਸਰੀਰ ਦੀ ਮੈਲ ਧੋਣਾ ਨਹੀਂ, ਪਰ ਸ਼ੁੱਧ ਮਨ ਨਾਲ ਪਰਮੇਸ਼ਵਰ ਨੂੰ ਖੋਜਣਾ ਆ। ਜਦੋਂ ਹੁਣ ਤੁਹਾਨੂੰ ਕਿਸੇ ਸਮੁੰਦਰ ਵਿੱਚ ਕਿਸੇ ਵੀ ਥਾਂ 'ਤੇ ਬਪਤਿਸਮਾ ਦਿੱਤਾ ਜਾਂਦਾ ਆ, ਉਹਦਾ ਮਤਲਬ ਇਹ ਨਹੀਂ ਕਿ ਤੁਹਾਡੇ ਸਰੀਰ ਸ਼ੁੱਧ ਹੋ ਜਾਂਦਾ, ਤੁਹਾਡੇ ਸਰੀਰ ਦੀ ਮੈਲ ਚਲੀ ਜਾਂਦੀ, ਨਹੀਂ, ਮਨ ਦੀ ਮੈਲ ਚਲੀ ਜਾਂਦੀ ਆ, ਮਨ ਸ਼ੁੱਧ ਹੋ ਜਾਂਦਾ ਆ। ਸੋ ਪਹਿਲਾਂ ਵਿਸ਼ਵਾਸ ਪਰਮੇਸ਼ਵਰ ਦੇ ਉੱਪਰ, ਫਿਰ ਬਪਤਿਸਮਾ। ਆਪਣੇ ਮਨ ਦੀ ਮੈਲ ਨੂੰ ਸਾਫ਼ ਕਰਨਾ ਆ, ਨੋਟ ਕਿ ਆਪਣੇ ਸਰੀਰ ਦੀ ਮੈਲ ਨੂੰ ਉੱਥੇ ਦਰਸਾਉਂਦਾ ਬਪਤਿਸਮਾ, ਆਪਣੇ ਮਨ ਦੀ ਮੈਲ ਨੂੰ ਦਰਸਾਉਂਦਾ ਆ। ਇਹ ਆਪਾਂ ਨੂੰ ਇੱਕ ਪ੍ਰਤੀਕ ਆ, ਇੱਕ ਚਿੰਨ੍ਹ ਆ ਇਹ ਕਿ ਅਸੀਂ ਹੁਣ ਪ੍ਰਭੂ ਯਿਸੂ ਦੇ ਵਿੱਚ ਸ਼ੁੱਧ ਹੋ ਚੁੱਕੇ ਹਾਂ। ਸਾਡਾ ਮਨ ਸ਼ੁੱਧ ਹੋ ਚੁੱਕਾ ਆ ਪਰਮੇਸ਼ਵਰ ਦੇ ਵਿੱਚ। ਹਾਲੇਲੂਇਆ। ਸ਼ੁੱਧ ਮਨ ਦੇ ਨਾਲ ਕਹਿੰਦਾ ਕੀ ਆ? ਪਰਮੇਸ਼ਵਰ ਨੂੰ ਖੋਜਣਾ ਹੈ। ਬਪਤਿਸਮੇ ਦਾ ਮਤਲਬ ਕਿ ਹੁਣ ਸਾਡਾ ਮਨ ਸ਼ੁੱਧ ਹੋ ਗਿਆ ਆ, ਹੁਣ ਅਸੀਂ ਪਰਮੇਸ਼ਵਰ ਦੀ ਖੋਜ ਕਰਨੀ ਸ਼ੁਰੂ ਕਰਾਂਗੇ। ਸੋ ਫਿਰ ਆਪਾਂ ਪਰਮੇਸ਼ਵਰ ਦਾ ਪ੍ਰਚਾਰ ਕਰਦੇ ਹਾਂ, ਉਹਦੀ ਖੋਜ ਕਰਦੇ ਹਾਂ, ਲੋਕਾਂ ਲਈ ਪ੍ਰਾਰਥਨਾਵਾਂ ਕਰਦੇ ਹਾਂ। ਹਾਲੇਲੂਇਆ। ਇਸ ਤੋਂ ਕੀ ਸ਼ੁਰੂ ਹੁੰਦਾ ਆ? ਫਿਰ ਆਪਣੀ ਜਿਹੜੀ ਕ੍ਰਿਸਚਨ ਲਾਈਫ ਸ਼ੁਰੂ ਹੁੰਦੀ ਆ। ਅਸਲ ਦੇ ਵਿੱਚ ਬਪਤਿਸਮੇ ਤੋਂ ਪਹਿਲਾਂ ਵੀ ਆਪਣੀ ਕ੍ਰਿਸਚਨ ਲਾਈਫ ਹੁੰਦੀ ਆ। ਬਪਤਿਸਮੇ ਤੋਂ ਪਹਿਲਾਂ ਵੀ ਮਤਲਬ ਕਿ ਵਿਸ਼ਵਾਸ ਕਰਦੇ ਹਾਂ ਆਪਾਂ ਬਪਤਿਸਮੇ ਤੋਂ ਪਹਿਲਾਂ, ਤਾਂ ਹੀ ਆਪਾਂ ਬਪਤਿਸਮਾ ਲੈ ਸਕਦੇ ਹਾਂ। ਜਿਹੜੀ ਆਪਣੀ ਅੰਦਰਲੀ ਸਾਲਵੇਸ਼ਨ ਆ ਉਹ ਬਪਤਿਸਮੇ ਤੋਂ ਪਹਿਲਾਂ ਹੁੰਦੀ ਆ। ਬਪਤਿਸਮਾ ਇੱਕ ਚਿੰਨ੍ਹ ਹੁੰਦਾ ਆ। ਤੁਸੀਂ ਲੋਕਾਂ ਦੇ ਸਾਹਮਣੇ ਇਹ ਚਿੰਨ੍ਹ ਦਿਖਾਉਂਦੇ ਆ ਕਿ ਵੀ ਮੈਂ ਪ੍ਰਭੂ ਯਿਸੂ ਮਸੀਹ ਨੂੰ ਗ੍ਰਹਿਣ ਕਰ ਲਿਆ ਆ। ਲੋਕਾਂ ਨੂੰ ਦਿਖਾਉਣ ਲਈ ਇਹ ਬਪਤਿਸਮਾ ਜਾਣੀ ਕਿ ਇੱਕ ਦੂਸਰਿਆਂ ਦੇ ਵਿੱਚ ਇੱਕ ਚਿੰਨ੍ਹ ਆ, ਆਪਣੇ ਭੈਣ ਭਰਾਵਾਂ ਦੇ ਵਿੱਚ, ਆਪਣੇ ਸਮਾਜ ਦੇ ਵਿੱਚ, ਕਿ ਮੈਂ ਹੁਣ ਪ੍ਰਭੂ ਯਿਸੂ ਮਸੀਹ ਦਾ ਹੋ ਚੁੱਕਾ ਆ, ਮੈਂ ਹੁਣ ਉਹਦਾ ਆ। ਹਾਲੇਲੂਇਆ। ਜੇਕਰ ਤੁਸੀਂ ਅੰਦਰੋਂ ਅੰਦਰ ਹੀ ਵਿਸ਼ਵਾਸ ਕਰੀ ਜਾ ਰਹੇ ਆ, ਤੁਸੀਂ ਕਹਿੰਦੇ ਕਿ ਸ਼ਾਇਦ ਮੈਂ ਬਪਤਿਸਮਾ ਨਾ ਲਵਾਂ, ਮਤਲਬ ਉਹਦਾ ਮਤਲਬ ਕਿਤੇ ਨਾ ਕਿਤੇ ਤੁਸੀਂ ਲੋਕਾਂ ਦੇ ਕੋਲੋਂ ਡਰ ਰਹੇ ਆ। ਜੇ ਤੁਸੀਂ ਪਰਮੇਸ਼ਵਰ ਨੂੰ ਅਪਣਾਉਣ ਦੇ ਵਿੱਚ ਡਰ ਰਹੇ ਆ, ਕਿ ਤੁਹਾਨੂੰ ਇਹ ਲੱਗਦਾ ਆ ਕਿ ਵੀ ਨਹੀਂ ਜੇ ਮੈਂ ਅਪਣਾ ਲੂੰਗਾ ਸ਼ਾਇਦ ਮੇਰੇ ਰਿਸ਼ਤੇਦਾਰ ਗੁੱਸੇ ਹੋ ਜਾਣਗੇ, ਮੈਂ ਵਿਸ਼ਵਾਸ ਤਾਂ ਪ੍ਰਭੂ ਤੇਰੇ ਤੇ ਬਹੁਤ ਕਰਦਾ ਆ, ਪਰ ਜੇਕਰ ਮੈਂ ਬਪਤਿਸਮਾ ਲੈ ਲੂੰਗਾ ਤੇ ਮੇਰੇ ਰਿਸ਼ਤੇਦਾਰ ਗੁੱਸੇ ਹੋ ਜਾਣਗੇ, ਮੇਰੇ ਭੈਣ ਭਰਾ ਗੁੱਸੇ ਹੋ ਜਾਣਗੇ, ਹੈ ਨਾ। ਮਤਲਬ ਕਿ ਕੀ ਹੈ ਕਿ ਤੁਹਾਡੇ ਅੰਦਰ ਦੇ ਵਿੱਚ ਇੱਕ ਡਰ ਆ, ਹਜੇ ਇੱਕ ਸ਼ੰਕਾ ਆ। ਇਹਦਾ ਮਤਲਬ ਕਿ ਤੁਸੀਂ ਪਰਮੇਸ਼ਵਰ ਤੇ ਵਿਸ਼ਵਾਸ ਹੀ ਨਹੀਂ ਕੀਤਾ। ਜਿਹਨੇ ਵਿਸ਼ਵਾਸ ਕੀਤਾ ਆ ਉਹਨੇ ਬਪਤਿਸਮਾ ਵੀ ਪਾਇਆ ਆ। ਹਾਲੇਲੂਇਆ। ਹੁਣ ਜਿਸ ਤਰ੍ਹਾਂ ਆਪਾਂ ਰੋਮੀਆਂ ਦੇ ਵਿੱਚ ਪੜ੍ਹਦੇ ਹਾਂ, ਰੋਮੀਆਂ 6:1 ਤੋਂ 8 ਤੱਕ ਆਪਾਂ ਪੜ੍ਹਦੇ, ਉਹਦੇ ਵਿੱਚ ਲਿਖਿਆ ਹੋਇਆ ਕਹਿੰਦਾ ਹੁਣ ਅਸੀਂ ਕੀ ਆਖੀਏ, ਕਿ ਪਾਪ ਕਰਨ ਵਿੱਚ ਲੱਗੇ ਰਹੀਏ ਕਿ ਕਿਰਪਾ ਬਹੁਤੀ ਹੋਵੇ? ਕਦੇ ਨਹੀਂ, ਕਦੇ ਨਹੀਂ ਕਿ ਤੁਸੀਂ ਪਾਪ ਕਰੀ ਜਾਓ ਤਾਂ ਤੁਹਾਡੇ ਤੇ ਕਿਰਪਾ ਹੋਈ ਜਾਊਗੀ।
ਕਦੇ ਨਹੀਂ। ਇਹ ਗਲਤ ਫਹਿਮੀ ਆ। ਸ਼ਾਇਦ ਬਹੁਤ ਸਾਰੇ ਲੋਕ ਅੱਜ ਪਾਪ ਤਾਂ ਕਰਦੇ ਆ, ਪਰ ਉਹਨਾਂ ਨੂੰ ਲੱਗਦਾ ਕਿ ਸਾਨੂੰ ਕਿਹੜਾ ਕੁਛ ਹੁੰਦਾ ਆ, ਸਾਨੂੰ ਕਿਹੜਾ ਪ੍ਰਭੂ ਕੁਛ ਕਰਦਾ ਆ, ਕਰਕੇ ਉਹ ਦੂਸਰੇ ਆਗਮਨ ਨੂੰ ਨਹੀਂ ਜਾਣਦੇ ਹੈਗੇ, ਦੂਸਰੀ ਜ਼ਿੰਦਗੀ ਨੂੰ ਨਹੀਂ ਜਾਣਦੇ, ਇੱਕ ਹੋਰ ਮੌਤ ਨੂੰ ਨਹੀਂ ਉਹ ਜਾਣਦੇ, ਜਿਹੜੀ ਦੂਸਰੀ ਮੌਤ ਹੁੰਦੀ ਆ। ਜਦੋਂ ਆਪਾਂ 2 ਦੇ ਵਿੱਚ ਪੜ੍ਹਦੇ, ਉਹਦੇ ਵਿੱਚ ਲਿਖਿਆ ਕਹਿੰਦਾ ਕਦੇ ਨਹੀਂ ਅਸੀਂ ਜੋ ਪਾਪ ਦੇ ਵੱਲੋਂ ਮਾਰੇ ਗਏ ਤਾਂ ਹੁਣ ਅੱਗੇ ਤੋਂ ਉਸ ਵਿੱਚ ਜੀਵਨ ਕਿਉਂ ਬਤੀਤ ਕਰੀਏ। ਜਿਨ੍ਹਾਂ ਨੇ ਬਪਤਿਸਮਾ ਲਿਆ ਆ ਉਹਨਾਂ ਦਾ ਇਹ ਵਿਸ਼ਵਾਸ ਹੈ ਕਿ ਅਸੀਂ ਹੁਣ ਪਾਪ ਦੇ ਵੱਲੋਂ ਕੀ ਗੱਲ ਆ, ਮਾਰੇ ਗਏ ਆ। ਅਸੀਂ ਉਹ ਜਿਹੜਾ ਜੀਵਨ, ਉਹ ਸਰੀਰ ਸਾਡਾ ਪਾਪੀ ਸਰੀਰ ਆ, ਸਾਡਾ ਨਸ਼ਟ ਹੋ ਗਿਆ ਆ। ਹੁਣ ਅਸੀਂ ਅੱਗੇ ਤੋਂ ਜਿਹੜਾ ਕੀ ਆ, ਜੀਵਨ ਪਾਪ ਦੇ ਵਿੱਚ ਕਿਉਂ ਬਤੀਤ ਕਰੀਏ। 3 ਦੇ ਵਿੱਚ ਲਿਖਿਆ ਕਹਿੰਦਾ ਕੀ ਤੁਸੀਂ ਇਸ ਗੱਲ ਤੋਂ ਅਣਜਾਣ ਹੋ ਕਿ ਸਾਡੇ ਵਿੱਚੋਂ ਜਿਨ੍ਹਾਂ ਨੇ ਮਸੀਹ ਯਿਸੂ ਵਿੱਚ ਬਪਤਿਸਮਾ ਲਿਆ ਆ ਉਸ ਦੀ ਮੌਤ ਵਿੱਚ ਬਪਤਿਸਮਾ ਲਿਆ ਆ। ਹਾਲੇਲੂਇਆ, ਹਾਲੇਲੂਇਆ। ਕੀ ਲਿਖਿਆ ਗਿਆ ਇਹਦੇ ਵਿੱਚ ਕਿ ਕਹਿੰਦਾ ਕਿ ਜਿਹੜਾ ਪ੍ਰਭੂ ਯਿਸੂ ਮਸੀਹ ਜਿਸ ਤਰ੍ਹਾਂ ਮਾਰਿਆ ਗਿਆ ਸੀ, ਉਸੇ ਤਰ੍ਹਾਂ ਜਦੋਂ ਅਸੀਂ ਬਪਤਿਸਮਾ ਲੈਂਦੇ ਹਾਂ, ਅਸੀਂ ਵੀ ਆਪਣੇ ਆਪ ਨੂੰ ਇਹੀ ਰਿਅਲਾਈਜ਼ ਕਰਵਾਉਂਦੇ ਹਾਂ ਕਿ ਅਸੀਂ ਹੁਣ ਮਾਰੇ ਗਏ ਹਾਂ। ਜਦੋਂ ਅਸੀਂ ਪਾਣੀ ਦੇ ਵਿੱਚ ਡਿਪ ਹੁੰਦੇ ਹਾਂ, ਜਦੋਂ ਅਸੀਂ ਪਾਣੀ ਦੇ ਵਿੱਚੋਂ ਬਾਹਰ ਨਿਕਲਦੇ ਹਾਂ, ਉਹ ਅਸੀਂ ਇਹ ਪ੍ਰਤੀਤ ਕਰਾਉਂਦੇ ਹਾਂ ਆਪਣੇ ਆਪ ਨੂੰ ਕਿ ਹੁਣ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਲ ਜੀ ਉੱਠੇ ਹਾਂ। ਹਾਲੇਲੂਇਆ। ਬਪਤਿਸਮਾ ਇਸ ਗੱਲ ਨੂੰ ਵੀ ਦਰਸਾਉਂਦਾ। 4 ਵਿੱਚ ਲਿਖਿਆ ਕਹਿੰਦਾ ਸੋ ਅਸੀਂ ਮੌਤ ਦਾ ਬਪਤਿਸਮਾ ਲੈਣ ਦੇ ਕਾਰਨ ਉਹਦੇ ਨਾਲ ਦੱਬੇ ਗਏ, ਤਾਂ ਜੋ ਜਿਵੇਂ ਪਿਤਾ ਦੀ ਮਹਿਮਾ ਦੇ ਵਸੀਲੇ ਨਾਲ ਮਸੀਹ ਮੁਰਦਿਆਂ ਵਿੱਚੋਂ ਜਵਾ ਲਿਆ ਗਿਆ, ਤਿਵੇਂ ਅਸੀਂ ਵੀ ਨਵੇਂ ਜੀਵਨ ਦੇ ਰਾਹ ਚੱਲੀਏ। ਹਾਲੇਲੂਇਆ। ਲਿਖਿਆ ਹੋਇਆ ਆ ਕਹਿੰਦਾ ਜਿੱਦਾਂ ਮੌਤ, ਪ੍ਰਭੂ ਯਿਸੂ ਮਸੀਹ ਦੇ ਉੱਪਰ ਮੌਤ ਆਈ ਸੀ, ਅਸੀਂ ਵੀ ਉਸ ਮੌਤ ਦੇ ਨਾਲ ਹੀ ਦੱਬੇ ਗਏ ਸੀਗੇ। ਜਦੋਂ ਅਸੀਂ ਬਪਤਿਸਮਾ ਲੈਂਦੇ ਹਾਂ, ਸਾਨੂੰ ਪਾਣੀ ਦੇ ਵਿੱਚ ਡਿਪ ਕੀਤਾ ਜਾਂਦਾ, ਡੋਬਿਆ ਜਾਂਦਾ ਆ, ਅਸੀਂ ਉੱਥੇ ਦੱਬ ਹੋ ਜਾਂਦੇ, ਪੁਰਾਣੀ ਮਨੁੱਖਤਾ ਸਾਡੀ ਦੱਬ ਹੋ ਜਾਂਦੀ ਆ। ਇਹ ਸੋਚਣਾ, ਇਹ ਰਿਅਲਾਈਜ਼ ਕਰਨਾ ਕਿ ਜਿਹੜਾ ਮੇਰਾ ਪੁਰਾਣਾ ਇਨਸਾਨ ਆ ਮੇਰੇ ਵਿੱਚੋਂ, ਉਹ ਮਰ ਚੁੱਕਾ ਆ। ਕਹਿੰਦਾ ਤਾਂ ਜੋ ਜਿਵੇਂ ਪਿਤਾ ਦੀ ਮਹਿਮਾ ਦੇ ਵਸੀਲੇ ਨਾਲ ਮਸੀਹ ਮੁਰਦਿਆਂ ਵਿੱਚੋਂ ਜਵਾਲਿਆ ਗਿਆ, ਤਿਵੇਂ ਅਸੀਂ ਵੀ ਨਵੇਂ ਜੀਵਨ ਦੇ ਰਾਹ ਚੱਲੀਏ। ਹਾਲੇਲੂਇਆ, ਹਾਲੇਲੂਇਆ। ਜਦੋਂ 5 ਵਿੱਚ ਲਿਖਿਆ ਕਹਿੰਦਾ ਜਦੋਂ ਅਸੀਂ ਉਹਦੀ ਮੌਤ ਦੀ ਸਮਾਨਤਾ ਵਿੱਚ ਉਸ ਦੇ ਨਾਲ ਜੋੜੇ ਗਏ ਹਾਂ ਤੇ ਉਸ ਦੇ ਜੀ ਉੱਠਣ ਦੀ ਸਮਾਨਤਾ ਵਿੱਚ ਵੀ ਹੋਵਾਂਗੇ। ਦੇਖੋ, ਜੇਕਰ ਆਪਾਂ ਕਹਿੰਦੇ ਕਿ ਆਪਾਂ ਨੂੰ ਪਾਣੀ ਵਿੱਚ ਜਦੋਂ ਡੁਬੋਂਦੇ ਆ, ਜੇ ਆਪਾਂ ਕਹਿੰਦੇ ਅਸੀਂ ਮਸੀਹ ਦੇ ਨਾਲ ਮਾਰੇ ਗਏ ਹਾਂ, ਮਸੀਹ ਦੇ ਨਾਲ ਅਸੀਂ ਸਲੀਬ ਚੁੱਕੀ ਹੋਈ ਸੀ, ਚੁੱਕੀ ਆ, ਅੱਜ ਵੀ ਚੁੱਕੀ ਹੋਈ ਆ, ਅਸੀਂ ਜਿੱਤਾਂਗੇ। ਜੇ ਮਸੀਹ ਜਿੱਤਿਆ ਆ, ਅਸੀਂ ਵੀ ਜਿੱਤਾਂਗੇ। ਸੋ ਵਚਨ ਆਪਾਂ ਨੂੰ ਕੀ ਦੱਸਦਾ ਹੈ ਕਿ ਜਦੋਂ ਅਸੀਂ ਉਹਦੀ ਮੌਤ ਦੀ ਸਮਾਨਤਾ ਵਿੱਚ ਜੇ ਉਹਦੇ ਨਾਲ ਸੀ, ਅਸੀਂ ਜੀ ਉੱਠਣ ਦੀ ਸਮਾਨਤਾ ਵਿੱਚ ਵੀ ਉਹਦੇ ਨਾਲ ਆ। ਹਾਲੇਲੂਇਆ। ਜਾਣੀ ਕਹਿਣ ਦਾ ਭਾਵ ਆ ਕਿ ਆਪਾਂ ਵੀ ਇਸੇ ਹੀ ਚੋਲੇ ਦੇ ਵਿੱਚ, ਇਹ ਇਨਸਾਨੀ ਚੋਲੇ ਦੇ ਵਿੱਚ ਆਪਾਂ ਵੀ ਨਵਾਂ ਜੀਵਨ ਪਾ ਸਕਦੇ, ਨਵਾਂ ਜਨਮ ਪਾ ਸਕਦੇ ਹਾਂ। ਹਾਲੇਲੂਇਆ। ਕਿਹਦੇ ਵਸੀਲੇ ਦੇ ਨਾਲ ਪਾ ਸਕਦੇ ਹਾਂ? ਪ੍ਰਭੂ ਯਿਸੂ ਮਸੀਹ ਦੇ ਵਸੀਲੇ ਦੇ ਨਾਲ। ਪਹਿਲੇ ਨੰਬਰ 'ਤੇ ਵਿਸ਼ਵਾਸ, ਫਿਰ ਬਪਤਿਸਮਾ, ਫਿਰ ਪ੍ਰਭੂ ਦੇ ਵਚਨਾਂ ਦੀ ਖੋਜ ਕਰਨੀ, ਉਹਨੂੰ ਖੋਜਦੇ ਜਾਣਾ, ਖੋਜਦੇ ਜਾਣਾ, ਦੂਸਰੇ ਆਗਮਨ ਤੱਕ ਆਪਾਂ ਖੋਜਦੇ ਜਾਣਾ। ਹਾਲੇਲੂਇਆ। ਆਪਣੇ ਆਪ ਨੂੰ ਕੀ ਕਰਦੇ ਜਾਣਾ? ਸੁਲਝਾਉਂਦੇ ਜਾਣਾ, ਵਧੀਆ ਕਰਦੇ ਜਾਣਾ। ਹਾਲੇਲੂਇਆ। ਸੋ ਜਦੋਂ 6 ਦੇ ਵਿੱਚ ਆਪਾਂ ਪੜ੍ਹਦੇ, ਉਹਦੇ ਵਿੱਚ ਲਿਖਿਆ ਕਹਿੰਦਾ ਕਿਉਂ ਜੋ ਅਸੀਂ ਇਹ ਜਾਣਦੇ ਹਾਂ ਕਿ ਸਾਡੀ ਪੁਰਾਣੀ ਇਨਸਾਨੀਅਤ ਉਹਦੇ ਨਾਲ ਸਲੀਬ ਉੱਤੇ ਚੜ੍ਹਾਈ ਗਈ ਹੈ, ਜੋ ਪਾਪ ਦਾ ਸਰੀਰ ਨਸ਼ਟ ਹੋ ਜਾਵੇ ਤੇ ਹੁਣ ਅਸੀਂ ਅੱਗੇ ਤੋਂ ਪਾਪ ਦੀ ਗੁਲਾਮੀ ਨਾ ਕਰੀਏ। ਅੱਜ ਮੈਂ ਸਾਰਿਆਂ ਨੂੰ ਇਹ ਸੁਜੈਸ਼ਨ ਦੇਣਾ ਚਾਹੁੰਦੀ ਹਾਂ ਕਿ ਜਿਹੜੇ ਵੀ ਭੈਣ ਭਰਾਵਾਂ ਨੇ ਬਪਤਿਸਮਾ ਲੈਣਾ ਆ, ਆਪਣੀ ਪੁਰਾਣੀ ਇਨਸਾਨੀਅਤ ਨੂੰ ਮਾਰ ਕੇ ਹੀ ਬਪਤਿਸਮਾ ਲੈਣਾ ਆ। ਪੁਰਾਣੀਆਂ ਬੈਡ ਥਿੰਗਸ ਨੂੰ, ਨੌਨਸੈਂਸ ਨੂੰ, ਪੁਰਾਣੀਆਂ ਗੰਦੀਆਂ ਆਦਤਾਂ ਨੂੰ ਮਾਰ ਕੇ ਹੀ ਬਪਤਿਸਮਾ ਲੈਣਾ ਆ। ਇਹ ਕੋਈ ਛੋਟੀ ਮੋਟੀ ਚੀਜ਼ ਨਹੀਂ, ਇਹ ਕੋਈ ਖੇਲ ਨਹੀਂ ਹੈਗਾ, ਇਹ ਕੋਈ ਮਤਲਬ ਕਿ ਪਲੇ ਨਹੀਂ ਕਰਨ ਵਾਲੀ ਚੀਜ਼ ਕਿ ਵੀ ਬਸ ਠੀਕ ਆ ਖੇਡ ਲਿਆ ਪਰਮੇਸ਼ਵਰ ਦੇ ਨਾਲ, ਹੈ ਨਾ। ਇਹ ਕੋਈ ਮਤਲਬ ਇਹਨੂੰ ਕੋਈ ਛੋਟੀ ਚੀਜ਼ ਨਾ ਜਾਣਿਓ। ਪੂਰੀ ਤਰ੍ਹਾਂ ਦੇ ਨਾਲ ਆਪਣੀ ਪੁਰਾਣੀ ਇਨਸਾਨੀਅਤ ਨੂੰ ਮਾਰਨਾ ਆ। ਤੁਹਾਨੂੰ ਪਤਾ ਹੋਣੇ ਚਾਹੀਦੇ ਬਪਤਿਸਮੇ ਦੇ ਰੂਲ। ਹਾਲੇਲੂਇਆ। ਤੇ ਕਹਿੰਦਾ ਅਸੀਂ ਉਹ ਜਿਹੜੀਆਂ ਸਾਰੀ ਪੁਰਾਣੀ ਇਨਸਾਨੀਅਤ ਹੈ ਜਿਹੜੀ ਉਹ ਸਲੀਬ ਦੇ ਉੱਤੇ ਚੜਾਈ ਗਈ ਆ, ਜੋ ਪਾਪ ਦਾ ਸਰੀਰ ਨਸ਼ਟ ਹੋ ਜਾਵੇ। ਤਾਂ ਕੀ ਹੋਵੇ? ਪਾਪ ਦਾ ਜਿਹੜਾ ਸਰੀਰ ਆ ਉਹ ਨਸ਼ਟ ਹੋ ਜਾਵੇ, ਜਾਣੀ ਕਿ ਆਪਣੇ ਅੰਦਰੋਂ ਪਾਪ ਦਾ ਸਰੀਰ ਨਸ਼ਟ ਕਰਨਾ, ਅਭਿਲਾਸ਼ਾਵਾਂ ਨੂੰ ਖਤਮ ਕਰਨਾ, ਸਰੀਰਕ ਅਭਿਲਾਸ਼ਾਵਾਂ ਨੂੰ। ਅੱਜ ਬਹੁਤ ਸਾਰੇ ਲੋਕ ਬਪਤਿਸਮਾ ਵੀ ਲੈ ਲੈਂਦੇ ਆ, ਪ੍ਰਭੂ ਵਿੱਚ ਕ੍ਰਿਸਚਨ ਵੀ ਬਣ ਜਾਂਦੇ ਆ, ਪਰ ਜਿਹੜੇ ਉਹਨਾਂ ਦੀਆਂ ਪੁਰਾਣੀ ਇਨਸਾਨੀਅਤ ਆ ਉਹ ਨਹੀਂ ਮਰਦੀ। ਜੇ ਉਹ ਪਹਿਲਾਂ ਤੋਂ ਚੋਰੀ ਕਰ ਰਹੇ ਹੁੰਦੇ, ਉਹ ਚੋਰੀ ਹੀ ਕਰਦੇ ਰਹਿੰਦੇ ਆ, ਪ੍ਰੇਚਾਰ ਕਰਦੇ, ਉਹ ਪ੍ਰੇਚਾਰ ਹੀ ਕਰਦੇ ਰਹਿੰਦੇ ਆ। ਮਤਲਬ ਕਿ ਉਹਨਾਂ ਦੀਆਂ ਗੰਦੀਆਂ ਆਦਤਾਂ ਨਹੀਂ ਜਾਂਦੀਆਂ ਹੈਗੀਆਂ। ਕਿਤੇ ਵੀ ਇਹ ਬਾਈਬਲ ਨਹੀਂ ਦਰਸਾਉਂਦੀ ਹੈਗੀ ਕਿ ਤੁਸੀਂ ਬਪਤਿਸਮਾ ਲੈ ਲਿਆ
ਤਾਂ ਤੁਹਾਡੀ ਸੈਲਵੇਸ਼ਨ ਹੋ ਜੂਗੀ। ਉਹ ਤੁਹਾਨੂੰ ਆਪ ਕਰਨੀ ਪੈਣੀ ਹੈ ਸੈਲਵੇਸ਼ਨ। ਆਪਣੇ ਮਨ ਨੂੰ ਸ਼ੁੱਧ ਕਰਨਾ ਪੈਣਾ, ਆਪਣੀ ਪੁਰਾਣੀ ਇਨਸਾਨੀਅਤ ਨੂੰ ਲਾਉਣਾ ਪੈਣਾ ਆ, ਪੂਰੇ ਮਨ ਦੇ ਨਾਲ, ਪੂਰੇ ਵਿਸ਼ਵਾਸ ਦੇ ਨਾਲ ਬਪਤਿਸਮਾ ਲੈਣਾ ਪੈਣਾ ਕਿ ਹਾਂ ਮੈਂ ਆਪਣੀਆਂ ਪੁਰਾਣੀਆਂ ਆਦਤਾਂ ਨੂੰ ਮਾਰਦਾ ਆ, ਮੈਂ ਆਪਣੇ ਪੁਰਾਣੇ ਇਨਸਾਨ ਨੂੰ ਮਾਰਦਾ ਆ। ਹਾਲੇਲੂਇਆ। ਫਿਰ ਕੀ ਕਰਨਾ? ਫਿਰ ਪਾਪ ਦੀ ਗੁਲਾਮੀ ਨਹੀਂ ਕਰਨੀ। ਫਿਰ ਤੁਹਾਡਾ ਮਨ ਕਦੇ ਕਰੇ ਹੈ ਨਾ ਚੋਰੀ ਕਰਨੇ ਨੂੰ, ਫਿਰ ਤੁਹਾਡਾ ਮਨ ਕਦੇ ਕਰੇ ਲੈ ਮੈਂ ਉਹ ਕੁੜੀ ਨਾਲ ਗੱਲ ਕਰ ਲਵਾਂ, ਲੈ ਮੈਂ ਉਹ ਮੁੰਡੇ ਦੇ ਨਾਲ ਗੱਲ ਕਰ ਲਵਾਂ, ਮਤਲਬ ਕਿ ਰਿਲੇਸ਼ਨ ਵਿੱਚ ਆ ਜਾਵਾਂ ਜਾਂ ਕੁਛ ਵੀ ਇੱਦਾਂ ਦਾ। ਤੇ ਫਿਰ ਉਹ ਕੀ ਕਰਨਾ ਪੈਣਾ? ਤੁਹਾਨੂੰ ਉਸ ਗੁਲਾਮੀ ਵਿੱਚੋਂ ਨਿਕਲਣਾ ਪੈਣਾ ਆ। ਇਹ ਕਹਿਣਾ ਪੈਣਾ ਕਿ ਨਹੀਂ, ਇਹ ਚੀਜ਼ਾਂ ਮੇਰੇ ਲਈ ਨਹੀਂ, ਮੈਂ ਬੈਪਟਾਈਜ਼ ਆ, ਮੈਂ ਪਰਮੇਸ਼ਰ ਦਾ ਬੰਦਾ ਆ, ਮੈਂ ਪਰਮੇਸ਼ਰ ਦੀ ਬੰਦੀ ਆ। ਹਾਲੇਲੂਇਆ। 7 ਦੇ ਵਿੱਚ ਲਿਖਿਆ, ਕਹਿੰਦਾ ਕਿਉਂਕਿ ਜਿਹੜਾ ਮਰ ਗਿਆ ਉਹ ਪਾਪ ਤੋਂ ਛੁੱਟ ਕੇ ਧਰਮੀ ਠਹਿਰਾਇਆ ਗਿਆ। ਦੇਖੋ, ਜਿਹੜੇ ਬੰਦੇ ਨੇ ਆਪਣੇ ਸਰੀਰ ਨੂੰ ਮਾਰ ਲਿਆ, ਸਮਝ ਲਓ ਆਪਣੀ ਪੁਰਾਣੀ ਇਨਸਾਨੀਅਤ ਨੂੰ ਮਾਰ ਲਿਆ, ਉਹ ਧਰਮੀ ਆ ਬੰਦਾ। ਉਹ ਰੱਬ ਦੀਆਂ ਨਜ਼ਰਾਂ ਵਿੱਚ ਧਰਮੀ ਆ, ਦੁਨੀਆ ਦੀ ਨਜ਼ਰਾਂ ਵਿੱਚ ਉਹ ਕੀ ਆ ਪਤਾ ਨਹੀਂ, ਕਿਉਂਕਿ ਦੁਨੀਆ ਹਮੇਸ਼ਾ ਧਰਮ ਦੇ ਖਿਲਾਫ ਰਹੀ ਆ, ਹਮੇਸ਼ਾ ਸੱਚੇ ਲੋਕਾਂ ਦੇ ਖਿਲਾਫ ਰਹੀ ਆ, ਪਰ ਪਰਮੇਸ਼ਰ ਦੀਆਂ ਨਜ਼ਰਾਂ ਦੇ ਵਿੱਚ ਕੀ ਆ? ਉਹ ਧਰਮੀ ਮਨੁੱਖ ਆ। ਹਾਲੇਲੂਇਆ। ਜਦੋਂ ਆਪਾਂ 8 ਦੇ ਵਿੱਚ ਪੜ੍ਹਦੇ ਹਾਂ, ਪਰੰਤੂ ਜਦੋਂ ਅਸੀਂ ਮਸੀਹ ਦੇ ਨਾਲ ਮਾਰੇ ਤਾਂ ਸਾਨੂੰ ਵਿਸ਼ਵਾਸ ਹੈ ਜੋ ਅਸੀਂ ਉਹਦੇ ਨਾਲ ਜੀਵਾਂਗੇ ਵੀ। ਹਾਲੇਲੂਇਆ। ਹਾਲੇਲੂਇਆ। ਕੀ ਹੈ ਕਿ ਜਦੋਂ ਪਰਮੇਸ਼ਰ ਦੇ ਨਾਲ ਅਸੀਂ ਮਾਰੇ ਗਏ, ਜੇ ਪਰਮੇਸ਼ਰ ਅੱਜ ਜੀਂਦਾ ਆ ਤੇ ਆਪਾਂ ਜੀਵਾਂਗੇ ਵੀ ਪਰਮੇਸ਼ਰ ਦੇ ਨਾਲ। ਜਾਣੀ ਕਿ ਧਰਤੀ ਦੀ ਜ਼ਿੰਦਗੀ ਤਾਂ ਆਪਾਂ ਜੀਣੀ ਹੀ ਜੀਣੀ ਆ ਪਰਮੇਸ਼ਰ ਦੇ ਵਿੱਚ, ਆਪਾਂ ਸਵਰਗ ਦੇ ਵਿੱਚ ਵੀ ਜਾਵਾਂਗੇ, ਆਪਾਂ ਸਵਰਗ ਦੇ ਵਿੱਚ ਵੀ ਜੀਵਾਂਗੇ। ਹਾਲੇਲੂਇਆ। ਹਾਲੇਲੂਇਆ। ਥੈਂਕ ਯੂ ਲਾਰਡ ਜੀਸਸ। हे ਮੇਰੇ ਮਹਾਨ ਪਰਮੇਸ਼ਰ, ਜੋ ਵੀ ਮੇਰੇ ਭੈਣ ਭਰਾ ਇਹ ਵਚਨਾਂ ਨੂੰ ਸੁਣ ਰਿਹਾ ਪਿਤਾ ਪਰਮੇਸ਼ਰ ਗ੍ਰਹਿਣ ਕਰ ਰਿਹਾ ਖੁਦਾਵੰ ਯਿਸੂ ਨਾਸਰੀ, ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਵਚਨ ਕੰਮ ਕਰਨ ਖੁਦਾਵੰ ਯਿਸੂ ਨਾਸਰੀ, ਇਹਨਾਂ ਦੀ ਵੱਧ ਨੂੰ ਖੋਲ੍ਹਣਾ ਖੁਦਾਵੰ ਦੀ ਯਿਸੂ ਨਾਸਰੀ, ਹੋਣੇ ਦੇ ਖੁਦਾਵੰ ਯਿਸੂ ਨਾਸਰੀ। ਜੋ ਵੀ ਵਿਸ਼ਵਾਸੀ ਭੈਣ ਭਾਈ ਇਹ ਸੁਣ ਰਿਹਾ ਪਿਤਾ ਪਰਮੇਸ਼ਰ ਜੀ, ਸੱਚਮੁੱਚ ਉਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਪਿਤਾ ਪਰਮੇਸ਼ਰ ਬੈਪਟਿਜ਼ਮ ਦਾ ਇੰਤਜ਼ਾਮ ਕਰਨਾ ਖੁਦਾਵੰ ਦੀ ਯਿਸੂ ਨਾਸਰੀ। ਹਾਲੇਲੂਇਆ। ਥੈਂਕ ਯੂ ਲਾਰਡ ਜੀਸਸ। ਥੈਂਕ ਯੂ ਫਾਦਰ ਜੀਸਸ। ਆਪਾਂ ਨੈਕਸਟ ਦੇਖਦੇ ਹਾਂ ਐਕਟ ਦੇ ਵਿੱਚ, ਆਪਾਂ ਰਸੂਲਾਂ ਦੇ ਕਰਤੱਵ ਵਿੱਚ ਦੇਖਦੇ ਹਾਂ 2 ਚੈਪਟਰ ਨੰਬਰ 2 ਉਹਦੀ 37 ਤੇ 37 ਤੋਂ 41 ਤੱਕ। ਹਾਲੇਲੂਇਆ। ਮੈਂ ਰੀਡ ਕਰਦੀ ਹਾਂ। ਜਦੋਂ ਉਹਨਾਂ ਨੇ ਇਹ ਸੁਣਿਆ ਤੇ ਉਹਨਾਂ ਦੇ ਦਿਲ ਬਿੰਨੇ ਗਏ, ਉਹਨਾਂ ਨੇ ਪਤਰਸ ਅਤੇ ਬਾਕੀ ਦੇ ਰਸੂਲਾਂ ਨੂੰ ਕਿਹਾ, ਹੇ ਭਰਾਵੋ ਅਸੀਂ ਕੀ ਕਰੀਏ? ਜਦੋਂ ਪਤਰਸ ਪ੍ਰਚਾਰ ਕਰ ਰਿਹਾ ਸੀ, ਬਪਤਿਸਮੇ ਦਾ ਪ੍ਰਚਾਰ ਕਰ ਰਿਹਾ ਸੀ, ਤੋਬਾ ਕਰੋ ਦਾ ਪ੍ਰਚਾਰ ਕਰ ਰਿਹਾ ਸੀ, ਉਸ ਟਾਈਮ ਸੋਚਣ ਲੱਗ ਗਏ ਉਹ ਲੋਕ ਕਿ ਉਹਨਾਂ ਦੇ ਦਿਲ ਜਿਹੜੇ ਛੇਦੇ ਗਏ, ਉਹਨਾਂ ਵਚਨਾਂ ਦੇ ਨਾਲ ਬਿੰਨੇ ਗਏ। ਜਦੋਂ ਆਪਾਂ ਵੀ ਹੁਣ ਅੱਜ ਪ੍ਰਾਰਥਨਾ ਕਰਦੇ, ਕਈ ਵਾਰ ਆਪਾਂ ਕਹਿੰਦੇ ਹਾਂ ਪ੍ਰਭੂ ਸਾਡੇ ਹਿਰਦੇ ਬਿੰਨੇ ਜਾਣ, ਸਾਡੇ ਹਿਰਦੇ ਛੇਦੇ ਜਾਣ ਇਹਨਾਂ ਵਚਨਾਂ ਦੇ ਨਾਲ। ਇਸੇ ਤਰ੍ਹਾਂ ਕੀ ਹੋਇਆ ਸੀ ਕਿ ਜਦੋਂ ਉੱਥੇ ਪਤਰਸ ਪ੍ਰਚਾਰ ਕਰ ਰਿਹਾ ਸੀ, ਉਹਨਾਂ ਦੇ ਜਿਹੜੇ ਦਿਲ ਸੀ ਉਹ ਬਿੰਨੇ ਗਏ। ਕਹਿੰਦੇ ਉਹਨਾਂ ਨੇ ਪਤਰਸ ਤੇ ਬਾਕੀ ਰਸੂਲਾਂ ਨੂੰ ਕਿਹਾ ਕਿ ਹੇ ਭਰਾਵੋ ਹੁਣ ਅਸੀਂ ਕੀ ਕਰੀਏ? ਤਦ ਕਹਿੰਦਾ ਪਤਰਸ ਨੇ ਉਹਨਾਂ ਨੂੰ ਆਖਿਆ, ਤੋਬਾ ਕਰੋ, ਤੁਹਾਡੇ ਵਿੱਚੋਂ ਹਰੇਕ ਆਪਣੇ ਪਾਪਾਂ ਦੀ ਮਾਫੀ ਦੇ ਲਈ ਯਿਸੂ ਮਸੀਹ ਦੇ ਨਾਮ ਉੱਤੇ ਬਪਤਿਸਮਾ ਲਵੇ ਅਤੇ ਤਦ ਤੁਸੀਂ ਪਵਿੱਤਰ ਆਤਮਾ ਦਾ ਵਰਦਾਨ ਪਾਓਗੇ। ਹਾਲੇਲੂਇਆ। ਸੋ ਸਾਫ਼-ਸਾਫ਼ ਲਿਖਿਆ ਆ ਬਾਈਬਲ ਦੇ ਵਿੱਚ, ਕੋਈ ਤੋੜ ਮਰੋੜ ਨਹੀਂ ਵਚਨਾਂ ਦੇ ਵਿੱਚ। ਤੁਸੀਂ ਵਚਨਾਂ ਨੂੰ ਖੁਦ ਪੜ੍ਹ ਸਕਦੇ ਆ, ਰਸੂਲਾਂ 2 ਦੀ 37 ਤੋਂ 41 ਤੱਕ। ਕੀ ਕਰਨਾ ਆ ਕਿ ਪਹਿਲੇ ਨੰਬਰ ਤੇ ਤੋਬਾ ਕਰਨੀ ਆਪਣੇ ਪਾਪਾਂ ਤੋਂ, ਮਨ ਨੂੰ ਫਰਾਉਣਾ ਹੈ ਆਪਣੇ ਨੂੰ। ਬਿਨਾਂ ਮਨ ਫਰਾਏ ਆਪਾਂ ਬਪਤਿਸਮਾ ਨਹੀਂ ਲੈ ਸਕਦੇ। ਜਦੋਂ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਕੇ ਹਟੀ ਹਾਂ, ਉਹਦੇ ਨਾਲ ਵੀ ਆਪਾਂ ਦੋਸ਼ੀ ਠਹਿਰਦੇ ਹਾਂ। ਹਾਲੇਲੂਇਆ। ਆਪਣੀ ਪੁਰਾਣੀ ਇਨਸਾਨੀਅਤ ਨੂੰ ਲਾਉਣਾ ਪੈਣਾ ਹੈ ਆਪਾਂ ਨੂੰ। ਹਾਲੇਲੂਇਆ। ਮਨ ਦੀ ਮੈਲ ਧੋ ਹੁੰਦੀ ਆ, ਸਰੀਰ ਦੀ ਮੈਲ ਨਹੀਂ ਧੋ ਹੁੰਦੀ ਪਾਣੀ ਵਿੱਚ, ਜਦੋਂ ਆਪਾਂ ਬਪਤਿਸਮਾ ਲੈਂਦੇ ਹਾਂ। ਹਾਲੇਲੂਇਆ। ਸੋ ਜਦੋਂ ਆਪਾਂ 39 ਦੇ ਵਿੱਚ ਪੜ੍ਹਦੇ, 38 39 ਵਿੱਚ ਪੜ੍ਹਦੇ, ਉਹਦੇ ਵਿੱਚ ਲਿਖਿਆ ਕਿਉਂਕਿ ਇਹ ਵਾਅਦਾ ਤੁਹਾਡੇ ਅਤੇ ਤੁਹਾਡੇ ਵਾਲਕਾਂ ਦੇ ਨਾਲ ਹੈ ਅਤੇ ਉਹਨਾਂ ਸਭਨਾਂ ਨਾਲ ਜਿਹੜੇ ਦੂਰ ਹਨ, ਜਿਨ੍ਹਾਂ ਨੂੰ ਪ੍ਰਭੂ ਸਾਡੇ ਪਰਮੇਸ਼ਰ ਨੇ ਆਪਣੇ ਕੋਲ ਬੁਲਾਇਆ। ਵਾਅਦਾ ਆ ਪਰਮੇਸ਼ਰ ਦਾ ਕਿ ਉਹ ਤੁਹਾਨੂੰ ਪਵਿੱਤਰ ਆਤਮਾ ਦੇਊਗਾ, ਉਹ ਤੁਹਾਡੇ ਪਾਪ ਮਾਫ ਕਰੂਗਾ। ਹਾਲੇਲੂਇਆ। ਸੋ ਅਤੇ ਹੋਰ ਵੀ ਬਹੁਤੀਆਂ ਗੱਲਾਂ ਨਾਲ ਉਹਨੇ ਗਵਾਹੀ ਦਿੱਤੀ ਅਤੇ ਉਪਦੇਸ਼ ਕੀਤਾ ਕਿ ਆਪਣੇ ਆਪ ਨੂੰ ਇਸ ਕੱਬੀ ਪੀੜ੍ਹੀ ਤੋਂ ਬਚਾਓ, ਕਿ ਆਪਣੇ ਜਿਹੜੇ ਮਨਾਂ ਨੂੰ ਕਠੋਰ ਨਾ ਕਰੋ। ਜੇ ਤੁਸੀਂ ਪ੍ਰਭੂ ਯਿਸੂ ਮਸੀਹ ਬਾਰੇ ਅੱਜ ਸੱਚਾਈ ਨੂੰ ਜਾਣ ਲਿਆ ਆ, ਜੇ ਸੱਚਾਈ ਨੂੰ ਰਾਹ ਸੱਚਾਈ ਜੀਵਨ ਪ੍ਰਭੂ ਯਿਸੂ ਮਸੀਹ ਆ, ਜੇਕਰ ਇਹ ਚੀਜ਼ਾਂ ਨੂੰ ਤੁਸੀਂ ਜਾਣ ਲਿਆ ਆ,
ਫਿਰ ਆਪਣੇ ਮਨ ਨੂੰ ਆਪਾਂ ਨੂੰ ਕਠੋਰ ਨਹੀਂ ਕਰਨਾ ਚਾਹੀਦਾ, ਫਿਰ ਤੋਬਾ ਕਰ ਲੈਣੀ ਚਾਹੀਦੀ ਪਾਪਾਂ ਤੋਂ। ਜਦੋਂ ਆਪਾਂ ਨੂੰ ਪਤਾ ਹੈ ਕਿ 2 ਮੌਤਾਂ ਹੁੰਦੀਆਂ ਆ ਤੇ ਇੱਕ ਜੀਵਨ ਵਿੱਚ ਅਸੀਂ ਦੂਸਰਾ ਜਨਮ ਵੀ ਲੈ ਸਕਦੇ ਹਾਂ, ਫਿਰ ਆਪਣੇ ਮਨ ਨੂੰ ਕਠੋਰ ਨਹੀਂ ਕਰਨਾ ਚਾਹੀਦਾ ਆਪਾਂ ਨੂੰ। ਫਿਰ ਆਪਾਂ ਨੂੰ ਕੱਬੀ ਪੀੜੀ ਬਣਨਾ ਵੀ ਨਹੀਂ ਚਾਹੀਦਾ ਤੇ ਉਸ ਤੋਂ ਬਚਣਾ ਵੀ ਚਾਹੀਦਾ ਆ। ਹਾਲੇਲੂਇਆ। ਸੋ ਕਹਿੰਦਾ ਜਿਨ੍ਹਾਂ ਲੋਕਾਂ ਨੇ ਉਹਦਾ ਵਚਨ ਖੁਸ਼ੀ ਨਾਲ ਮੰਨ ਲਿਆ, ਉਹਨਾਂ ਨੇ ਬਪਤਿਸਮਾ ਲਿਆ। ਦੇਖੋ ਕੋਈ ਜ਼ੋਰ ਜ਼ਬਰਦਸਤੀ ਨਹੀਂ, ਜਿਨ੍ਹਾਂ ਨੇ ਬਪਤਿਸਮਾ ਲੈਣਾ ਉਹਨਾਂ ਦੇ ਨਾਲ, ਉਹਨਾਂ ਨੇ ਆਪਣੇ ਲਈ ਲੈਣਾ। ਉਹ ਬਪਤਿਸਮਾ ਕਿਸੇ ਲਈ ਨਹੀਂ ਲੈਣਾ, ਆਪਣੀ ਸਲਵੇਸ਼ਨ ਲਈ ਲੈਣਾ, ਆਪਣੇ ਉਧਾਰ ਲਈ ਲੈਣਾ, ਆਪਣੇ ਛੁਟਕਾਰੇ ਲਈ ਲੈਣਾ ਆ, ਆਪਣੀ ਹੀ ਪੁਰਾਣੀ ਇਨਸਾਨੀਅਤ ਨੂੰ ਲਾ ਕੇ ਲੈਣਾ ਆ। ਹਾਲੇਲੂਇਆ। ਸੋ ਕਹਿੰਦਾ ਕਿ ਖੁਸ਼ੀ ਦੇ ਨਾਲ ਉਹਨਾਂ ਨੇ ਵਚਨ ਨੂੰ ਪਹਿਲਾਂ ਮੰਨਿਆ। ਦੇਖੋ ਕਿ ਜਿਨ੍ਹਾਂ ਲੋਕਾਂ ਨੇ ਉਹਦਾ ਵਚਨ ਖੁਸ਼ੀ ਨਾਲ ਮੰਨ ਲਿਆ, ਪਹਿਲੇ ਨੰਬਰ 'ਤੇ ਵਚਨ ਨੂੰ ਮੰਨਣਾ ਕਿ ਹਾਂ ਵਚਨ ਸੱਚੇ ਆ, ਸੱਚਾਈ ਆ, ਵਿਸ਼ਵਾਸ ਜਾਣੀ ਕਿ ਦਿਲ ਫਰਾਉਣਾ, ਮਨ ਫਰਾਉਣਾ। ਹਾਲੇਲੂਇਆ। ਉਸ ਤੋਂ ਬਾਅਦ ਹੀ ਬਪਤਿਸਮਾ ਹੁੰਦਾ। ਜਿੱਥੇ ਕਿ ਮਰਜ਼ੀ ਪੜ੍ਹ ਲਈਓ ਇਸ ਚੀਜ਼ ਨੂੰ, ਤੁਸੀਂ ਪਾਪ ਵਿੱਚ ਰਹਿ ਕੇ ਜੇ ਤੁਸੀਂ ਕਹਿੰਦੇ ਆ ਕਿ ਵੀ ਮੈਂ ਸਾਰੀਆਂ ਥਾਵਾਂ 'ਤੇ ਘੁੰਮੀ ਵੀ ਜਾਵਾਂ, ਸਾਰਾ ਕੁਛ ਕਰੀ ਵੀ ਜਾਵਾਂ, ਮੈਂ ਪੁਰਾਣਾ ਇਨਸਾਨ ਆਪਣਾ ਮਾਰਨਾ ਹੀ ਨਹੀਂ ਹੈਗਾ ਅਤੇ ਮੈਂ ਬਪਤਿਸਮਾ ਵੀ ਲੈਣਾ ਆ, ਹੈ ਨਾ। ਅਤੇ ਵਚਨ ਤਾਂ ਆਪਾਂ ਪਹਿਲਾਂ ਹੀ ਪੜ੍ਹ ਕੇ ਹਟੇ ਹਾਂ ਕਿ ਬਾਈਬਲ ਦੱਸਦੀ ਆ ਦੋਸ਼ੀ ਠਹਿਰਾਇਆ ਜਾਵੇਗਾ। ਹਾਲੇਲੂਇਆ। ਸੋ ਕਹਿੰਦਾ ਮੰਨ ਲਿਆ ਅਤੇ ਉਹਨੇ ਬਪਤਿਸਮਾ ਲਿਆ। ਉਸ ਦਿਨ ਲਗਭਗ 3000 ਲੋਕਾਂ ਨੇ ਉਹਨਾਂ ਵਿੱਚ ਮਿਲ ਗਏ। 3000 ਲੋਕਾਂ ਨੇ ਉਸ ਦਿਨ ਬਪਤਿਸਮਾ ਲਿਆ ਸੀਗਾ। 3000 ਲੋਕਾਂ ਨੇ ਤੋਬਾ ਕੀਤੀ ਸੀ। 3000 ਲੋਕਾਂ ਨੇ ਵਚਨ 'ਤੇ ਵਿਸ਼ਵਾਸ ਕੀਤਾ ਸੀ ਜਦੋਂ ਪਤਰਸ ਨੇ ਪਹਿਲੀ ਵਾਰ ਪ੍ਰੀਚ ਕੀਤਾ। ਹਾਲੇਲੂਇਆ। ਕਹਿੰਦਾ ਉਹ ਲਗਾਤਾਰ ਰਸੂਲਾਂ ਦੀ ਸਿੱਖਿਆ ਲੈਣ ਵਿੱਚ ਅਤੇ ਸੰਗਤੀ ਰੱਖਣ ਵਿੱਚ, ਰੋਟੀ ਤੋੜਨ ਅਤੇ ਪ੍ਰਾਰਥਨਾ ਕਰਨ ਲੱਗੇ। ਦੇਖੋ ਜਦੋਂ ਉਹਨਾਂ ਨੇ ਬਪਤਿਸਮਾ ਲੈ ਲਿਆ, ਜਦੋਂ ਉਹਨਾਂ ਨੇ ਵਚਨਾਂ ਦੇ ਪ੍ਰਚਾਰ ਮਤਲਬ ਕਿ ਸੁਣਨਾ ਸ਼ੁਰੂ ਕੀਤਾ ਵਚਨਾਂ ਨੂੰ, ਉਹਨਾਂ ਨੇ ਜਾਣੀ ਕਿ ਪਰਮੇਸ਼ਰ ਨੂੰ ਖੋਜਣਾ ਸ਼ੁਰੂ ਕੀਤਾ। ਕਹਿੰਦਾ ਕਿ ਉਹਨਾਂ ਨੇ ਪਤਾ ਕੀ ਕੀਤਾ, ਉਹਨਾਂ ਨੇ ਫਿਰ ਚਰਚ ਜਾਣਾ ਸ਼ੁਰੂ ਕੀਤਾ, ਸੰਗਤੀ ਕਰਨੀ ਸ਼ੁਰੂ ਕੀਤੀ, ਪ੍ਰਭੂ ਭੋਜ ਲੈਣਾ ਸ਼ੁਰੂ ਕੀਤਾ, ਪ੍ਰਾਰਥਨਾ ਕਰਨੀ ਸ਼ੁਰੂ ਕੀਤੀ। 42 ਵਿੱਚ ਜਦੋਂ ਆਪਾਂ ਪੜ੍ਹਦੇ ਹਾਂ। ਹਾਲੇਲੂਇਆ। ਕੀ ਕਰਨਾ ਬਪਤਿਸਮਾ ਲੈਣੇ ਤੋਂ ਬਾਅਦ? ਸਿੱਖਿਆ ਲੈਣੀ, ਸਿੱਖਣਾ ਸ਼ੁਰੂ ਕਰਨਾ, ਸੰਗਤੀ ਕਰਨੀ ਸ਼ੁਰੂ ਕਰਨੀ, ਪ੍ਰਭੂ ਭੋਜ ਲੈਣਾ ਸ਼ੁਰੂ ਕਰਨਾ, ਪ੍ਰਾਰਥਨਾ ਕਰਨੀ ਸ਼ੁਰੂ ਕਰਨੀ। ਹਾਲੇਲੂਇਆ। ਇਸੇ ਤਰ੍ਹਾਂ ਜਦੋਂ ਆਪਾਂ ਬਪਤਿਸਮੇ ਬਾਰੇ ਰਸੂਲਾਂ 8:12 ਵਿੱਚ ਪੜ੍ਹਦੇ ਹਾਂ, ਉਹਦੇ ਵਿੱਚ ਲਿਖਿਆ, ਪਰ ਜਦੋਂ ਉਹਨਾਂ ਨੇ ਫਿਲਿਪਸ ਦਾ ਵਿਸ਼ਵਾਸ ਕੀਤਾ ਜੋ ਪਰਮੇਸ਼ਰ ਦੇ ਰਾਜ ਅਤੇ ਯਿਸੂ ਮਸੀਹ ਦੇ ਨਾਮ ਦੀ ਖੁਸ਼ਖਬਰੀ ਸੁਣਾਉਂਦਾ ਸੀ, ਤਾਂ ਆਦਮੀਆਂ ਅਤੇ ਔਰਤਾਂ ਨੇ ਬਪਤਿਸਮਾ ਲੈਣ ਲੱਗੇ। ਆਦਮੀ ਅਤੇ ਔਰਤ ਬਪਤਿਸਮਾ ਲੈਣ ਲੱਗੇ। ਹਾਲੇਲੂਇਆ। ਹਾਲੇਲੂਇਆ। ਕਹਿੰਦੇ ਕਿ ਉੱਥੇ 13 ਵਿੱਚ ਲਿਖਿਆ, ਅਤੇ ਸ਼ਮਯਾਉਨ ਨੇ ਵੀ ਵਿਸ਼ਵਾਸ ਕੀਤਾ ਤੇ ਬਪਤਿਸਮਾ ਲੈ ਕੇ ਫਿਲਿਪਸ ਦੇ ਨਾਲ ਰਹਿਣ ਲੱਗਾ ਤੇ ਨਿਸ਼ਾਨੀਆਂ ਕਰਾਮਾਤਾਂ ਜੋ ਪ੍ਰਗਟ ਹੋਈਆਂ ਸਨ ਵੇਖ ਕੇ ਹੈਰਾਨ ਰਹਿ ਗਿਆ। ਹਾਲੇਲੂਇਆ। ਹਾਲੇਲੂਇਆ। ਕੀ ਲਿਖਿਆ, ਮੈਂ ਬਚਨ ਦੁਬਾਰਾ ਤੋਂ ਪੜ੍ਹਦੀ ਹਾਂ। ਪਰ ਜਦੋਂ ਕਹਿੰਦਾ ਜਦੋਂ ਉਹਨਾਂ ਨੇ ਫਿਲਿਪਸ ਦਾ ਵਿਸ਼ਵਾਸ ਕੀਤਾ। ਫਿਲਿਪਸ ਕੀ ਕਰਦਾ ਸੀ? ਪ੍ਰਚਾਰ ਕਰਦਾ ਸੀਗਾ। ਜਦੋਂ ਫਿਲਿਪਸ ਦਾ ਕੀ ਕੀਤਾ? ਵਿਸ਼ਵਾਸ ਕੀਤਾ ਉਸ ਪ੍ਰਚਾਰ ਦੇ ਉੱਪਰ। ਉਹ ਪਰਮੇਸ਼ਵਰ ਦਾ ਪ੍ਰਚਾਰ ਕਰਦਾ ਸੀ ਅਤੇ ਉਹਦੇ ਰਾਜ ਅਤੇ ਯਿਸੂ ਮਸੀਹ ਦੇ ਨਾਮ ਦੀ ਖੁਸ਼ਖਬਰੀ ਸੁਣਾਉਂਦਾ ਸੀ। ਜਦੋਂ ਉਹ ਇਹ ਖੁਸ਼ਖਬਰੀ ਸੁਣਾਉਂਦਾ ਸੀ ਤੇ ਉੱਥੇ ਬਹੁਤ ਸਾਰੇ ਲੋਕਾਂ ਨੇ ਕੀ ਕੀਤਾ ਸੀ? ਵਿਸ਼ਵਾਸ ਕੀਤਾ ਸੀਗਾ ਉਹਦੀ ਖੁਸ਼ਖਬਰੀ ਤੇ ਉਸ ਪ੍ਰਚਾਰ ਦੇ ਉੱਪਰ, ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਉੱਪਰ। ਕਹਿੰਦਾ ਉੱਥੇ ਬਹੁਤ ਸਾਰੀਆਂ ਔਰਤਾਂ ਤੇ ਆਦਮੀਆਂ ਨੇ ਬਪਤਿਸਮਾ ਲਿਆ ਸੀਗਾ। ਹਾਲੇਲੂਇਆ। ਤੇ ਲੈਣ ਲੱਗੇ ਬਪਤਿਸਮਾ। ਕੰਟੀਨਿਊ ਇਹ ਰੀਤ ਚੱਲਣ ਲੱਗੀ। ਜਿੱਦਾਂ ਜਿੱਦਾਂ ਪ੍ਰਚਾਰ ਵੱਧਦਾ ਗਿਆ ਉਸ ਤਰ੍ਹਾਂ ਲੋਕ ਬਪਤਿਸਮਾ ਲੈਣ ਲੱਗੇ, ਤੋਬਾ ਕਰਨ ਲੱਗੇ, ਪਾਪਾਂ ਤੋਂ ਮੁੜਨ ਲੱਗੇ, ਪਰਮੇਸ਼ਵਰ ਦੇ ਉੱਪਰ ਵਿਸ਼ਵਾਸ ਕਰਨ ਲੱਗੇ। ਅੱਜ ਸਭ ਤੋਂ ਪਹਿਲਾਂ ਕੀ ਕਰਨਾ ਆ? ਸੁਣਨਾ ਕਿੱਥੋਂ ਆ? ਮਸੀਹ ਤੋਂ ਆ, ਵਚਨਾਂ ਤੋਂ ਸੁਣਨਾ ਆ। ਜਿਹਨੇ ਵਚਨ ਨੂੰ ਜਾਣ ਲਿਆ ਆ, ਜਿਹਨੇ ਪ੍ਰਭੂ ਯਿਸੂ ਮਸੀਹ ਦੇ ਉੱਪਰ ਵਿਸ਼ਵਾਸ ਕਰ ਲਿਆ, ਉਹ ਬਪਤਿਸਮਾ ਲੈ ਸਕਦਾ ਆ। ਹਾਲੇਲੂਇਆ। ਹਾਲੇਲੂਇਆ। 13 ਵਿੱਚ ਲਿਖਿਆ, ਕਹਿੰਦਾ ਜਦੋਂ ਸ਼ਮਯਾਉਨ ਨੇ ਵੀ ਕੀ ਕੀਤਾ ਸੀ? ਵਿਸ਼ਵਾਸ ਕੀਤਾ ਤੇ ਬਪਤਿਸਮਾ ਲੈ ਕੇ ਫਿਲਿਪਸ ਦੇ ਨਾਲ ਰਹਿਣ ਲੱਗਾ। ਉਹਨੇ ਨਿਸ਼ਾਨੀਆਂ ਦੇਖੀਆਂ, ਕਰਾਮਾਤਾਂ ਦੇਖੀਆਂ, ਮਤਲਬ ਕਿ ਉਹਨੇ ਫਿਰ ਪਰਮੇਸ਼ਵਰ ਦੇ ਜਦੋਂ ਕੰਮ ਦੇਖੇ, ਪਰਮੇਸ਼ਵਰ ਦੇ ਵਿੱਚ ਕਿੱਦਾਂ ਕੰਮ ਹੁੰਦੇ, ਕਿੱਦਾਂ ਪ੍ਰਾਰਥਨਾਵਾਂ ਹੁੰਦੀਆਂ ਆ, ਕਿੱਦਾਂ ਸਾਰੇ ਕੰਮ ਹੁੰਦੇ ਆ, ਕਿੱਦਾਂ ਚਮਤਕਾਰ ਹੁੰਦੇ ਆ, ਹੈ ਨਾ। ਅਤੇ ਕੀ ਹੋ ਗਿਆ ਕਿ ਉਹ ਹੈਰਾਨ ਰਹਿ ਗਿਆ। ਹਾਲੇਲੂਇਆ। ਇਸੇ ਤਰ੍ਹਾਂ ਜਦੋਂ ਆਪਾਂ ਪੜ੍ਹਦੇ ਹਾਂ ਰਸੂਲਾਂ ਦੀ ਕਿਤਾਬ
8 ਦੀ 35 ਦੇ ਵਿੱਚ ਆਪਾਂ ਪੜ੍ਹਦੇ ਹਾਂ। ਰਸੂਲਾਂ ਦੀ ਕਿਤਾਬ 8 ਦੀ 35 ਦੇ ਵਿੱਚ ਲਿਖਿਆ ਆ, ਕਹਿੰਦਾ ਤਦ ਫਿਲਿਪੁਸ ਨੇ ਆਪਣਾ ਮੂੰਹ ਖੋਲ੍ਹਿਆ ਅਤੇ ਉਸ ਲਿਖਤ ਤੋਂ ਸ਼ੁਰੂ ਕਰਕੇ ਯਸ਼ੂ ਦੀ ਖੁਸ਼ਖਬਰੀ ਉਸ ਨੂੰ ਸੁਣਾਈ। ਕਿਹਨੂੰ ਸੁਣਾਈ? ਯਸ਼ੂ ਦੀ ਖੁਸ਼ਖਬਰੀ। ਅਤੇ ਉਹਦੇ ਰਾਹ ਤੇ ਜਾ ਰਹੇ ਸਨ। ਤਦ ਰਾਹ ਵਿੱਚ ਇੱਕ ਪਾਣੀ ਦੇ ਕੁੰਡ ਕੋਲ ਪਹੁੰਚੇ। ਤਦ ਉਸ ਖੋਜੇ ਨੇ ਕਿਹਾ ਕਿ ਵੇਖ, ਇੱਥੇ ਪਾਣੀ ਹੈ, ਹੁਣ ਮੈਨੂੰ ਬਪਤਿਸਮਾ ਲੈਣ ਤੋਂ ਕਿਹੜੀ ਚੀਜ਼ ਰੋਕ ਸਕਦੀ ਹੈ? ਕਿਉਂਕਿ ਜਿਹੜਾ ਖੋਜਾ ਸੀਗਾ ਉਹ ਕੀ ਕਰਦਾ ਸੀ? ਉਹ ਯਸ਼ਾਯਾਹ ਦੀ ਬੁੱਕ ਨੂੰ ਪਹਿਲਾਂ ਤੋਂ ਰੀਡ ਕਰਦਾ ਹੁੰਦਾ ਸੀ, ਵਚਨ ਨੂੰ ਜਾਣਦਾ ਸੀ, ਪਰਮੇਸ਼ਰ ਨੂੰ ਜਾਣਦਾ ਸੀ। ਤਾਂ ਉਹਨੂੰ ਜਦੋਂ ਮੌਕਾ ਮਿਲਿਆ ਉਹਨੇ ਉਸ ਮੌਕੇ ਨੂੰ ਖੋਇਆ ਨਹੀਂ। ਫਿਰ ਬਪਤਿਸਮੇ ਵਾਲੇ ਨੂੰ ਉਹ ਕਹਿੰਦਾ ਇੱਥੇ ਪਾਣੀ ਆ ਤੇ ਹੁਣ ਮੈਨੂੰ ਬਪਤਿਸਮਾ ਲੈਣ ਤੋਂ ਕਿਹੜੀ ਚੀਜ਼ ਰੋਕ ਸਕਦੀ ਹੈ? ਹਾਲੇਲੂਇਆ। ਅੱਜ ਜੇਕਰ ਕੋਈ ਵਿਸ਼ਵਾਸੀ ਆ ਉਹ ਵੀ ਕਹਿ ਰਿਹਾ ਕਿ ਮੈਂ ਵੇਟ ਕਰਨੀ ਆ, ਤਾਂ ਇਹਦਾ ਮਤਲਬ ਆ ਕਿ ਉਹਨੂੰ ਪ੍ਰਭੂ ਯਿਸੂ ਮਸੀਹ ਤੇ ਹਜੇ ਵਿਸ਼ਵਾਸ ਨਹੀਂ ਹੋਇਆ, ਉਹਨੇ ਪ੍ਰਭੂ ਯਿਸੂ ਮਸੀਹ ਨੂੰ ਹਜੇ ਨਹੀਂ ਜਾਣਿਆ। ਔਰ ਜਿਹਨੇ ਬਪਤਿਸਮਾ ਲੈਣਾ ਆ ਤੇ ਉਹਨੇ ਜਾਣ ਕੇ ਹੀ ਲੈਣਾ ਆ ਪ੍ਰਭੂ ਯਿਸੂ ਮਸੀਹ ਨੂੰ, ਇਹ ਵੀ ਗੱਲ ਨਾਲ ਹੀ ਆ। ਤੇ ਜਿਹੜਾ ਪ੍ਰਭੂ ਯਿਸੂ ਮਸੀਹ ਨੂੰ ਜਾਣ ਗਿਆ ਆ, ਰਾਹ ਸੱਚਾਈ ਜੀਵਨ ਨੂੰ ਜਾਣ ਗਿਆ ਆ, ਉਹਨੂੰ ਕਿਹੜੀ ਚੀਜ਼ ਫਿਰ ਰੋਕ ਸਕਦੀ ਆ ਬਪਤਿਸਮਾ ਲੈਣ ਤੋਂ? ਕੁਛ ਨਹੀਂ, ਕੋਈ ਰਿਸ਼ਤੇਦਾਰ ਨਹੀਂ ਰੋਕ ਸਕਦਾ, ਕੋਈ ਨਹੀਂ ਤੁਹਾਨੂੰ ਰੋਕ ਸਕਦਾ ਫਿਰ ਬਪਤਿਸਮਾ ਲੈਣੇ ਤੋਂ। ਜਦੋਂ ਤੁਸੀਂ ਮਨ ਪ੍ਰਭੂ ਨੂੰ ਦੇ ਦਿੱਤਾ ਆ, ਆਪਣਾ ਤਨ ਪ੍ਰਭੂ ਨੂੰ ਦੇ ਦਿੱਤਾ, ਆਪਣਾ ਧਨ ਪ੍ਰਭੂ ਨੂੰ ਦੇ ਦਿੱਤਾ, ਜਦੋਂ ਪੂਰੇ ਜੀ ਦੇ ਨਾਲ ਤੁਸੀਂ ਪਰਮੇਸ਼ਰ ਨੂੰ ਪਿਆਰ ਕਰਨ ਲੱਗ ਗਏ ਆ, ਫਿਰ ਤੁਹਾਨੂੰ ਕੋਈ ਵੀ ਚੀਜ਼ ਆ ਬਪਤਿਸਮਾ ਲੈਣ ਤੋਂ ਨਹੀਂ ਰੋਕ ਸਕਦੀ, ਕੋਈ ਰੁਕਾਵਟ ਨਹੀਂ ਆ ਸਕਦੀ। ਹਾਲੇਲੂਇਆ, ਹਾਲੇਲੂਇਆ। ਮੈਂ ਵਿਸ਼ਵਾਸ ਦੀ ਗੱਲ ਕਰਦੀ ਹਾਂ। ਫਿਰ ਤੋਂ ਮੈਂ ਇੱਕ ਵਚਨ ਤੁਹਾਨੂੰ ਦੱਸਦੀ ਹਾਂ, ਵਿਸ਼ਵਾਸ ਦਾ ਵਚਨ। ਜਦੋਂ ਆਪਾਂ ਰਸੂਲਾਂ 9 ਦੇ ਵਿੱਚ ਪੜ੍ਹਦੇ, ਉਹਦੀ 9 ਦੀ 17-18 ਐਤ ਨੂੰ ਜਦੋਂ ਆਪਾਂ ਪੜ੍ਹਦੇ ਹਾਂ, ਉਹਦੇ ਵਿੱਚ ਲਿਖਿਆ ਹੋਇਆ, ਕਹਿੰਦਾ ਤਦ ਜਿਹੜਾ ਹਨਨਿਆ ਸੀਗਾ ਚਲਿਆ ਗਿਆ ਅਤੇ ਉਸ ਘਰ ਵਿੱਚ ਵੜਿਆ, ਉਸ ਤੇ ਹੱਥ ਰੱਖ ਕੇ ਬੋਲਿਆ, ਹੇ ਭਾਈ ਸੌਲ, ਪ੍ਰਭੂ ਅਰਥਾਤ ਯਸ਼ੂ ਨੇ ਜੋ ਤੈਨੂੰ ਉਸ ਰਾਹ ਵਿੱਚ ਵਿਖਾਈ ਦਿੱਤਾ ਜਿਸ ਤੋਂ ਤੂੰ ਆਇਆ ਸੀ, ਮੈਨੂੰ ਭੇਜਿਆ ਹੈ ਅਤੇ ਤੂੰ ਸਜਾਖਾ ਹੋ ਜਾਵੇਂ ਅਤੇ ਪਵਿੱਤਰ ਆਤਮਾ ਨਾਲ ਭਰ ਜਾਵੇਂ। ਹਾਲੇਲੂਇਆ। ਸਭ ਤੋਂ ਪਹਿਲਾਂ ਉਹਨੂੰ ਵਚਨ ਦੱਸਿਆ ਗਿਆ। ਦੇਖੋ, ਉਹਨੇ ਪ੍ਰਭੂ ਯਿਸੂ ਮਸੀਹ ਦੇ ਉੱਪਰ ਵਿਸ਼ਵਾਸ ਕੀਤਾ ਸਲੌਸ ਨੇ। ਉਸ ਤੋਂ ਬਾਅਦ ਕੀ ਹੋਇਆ? ਜਦੋਂ ਆਪਾਂ 18 ਦੇ ਵਿੱਚ ਦੇਖਦੇ ਹਾਂ, ਉਸੇ ਘੜੀ ਉਸ ਦੀਆਂ ਅੱਖਾਂ ਤੋਂ ਛਿਲਕੇ ਡਿੱਗੇ ਅਤੇ ਉਹ ਸਜਾਖਾ ਹੋ ਗਿਆ। ਆਮੀਨ, ਹਾਲੇਲੂਇਆ। ਅੱਜ ਬਹੁਤ ਸਾਰੇ ਵਿਸ਼ਵਾਸੀ ਭੈਣ ਭਾਈ ਆ ਜਿਹੜੇ ਬਪਤਿਸਮਾ ਲੈਣ ਤੋਂ ਪਹਿਲਾਂ ਕੀ ਹੁੰਦੇ ਆ? ਹੀਲ ਹੁੰਦੇ ਆ, ਬਲੈਸ ਹੁੰਦੇ ਆ, ਪਰਮੇਸ਼ਰ ਉਹਨਾਂ ਨਾਲ ਗੱਲਾਂ ਕਰਦਾ ਆ, ਇਹ ਹੁੰਦਾ ਆ। ਹਾਲੇਲੂਇਆ। ਸ਼ੌਲ ਦੇ ਨਾਲ ਇਹ ਹੋਇਆ। ਹਾਲੇਲੂਇਆ। ਜਦੋਂ ਸਲੌਸ ਦੇ ਨਾਲ ਇਹ ਚੀਜ਼ਾਂ ਹੋਈਆਂ, ਸੌਲਸ ਦੇ ਨਾਲ ਇਹ ਚੀਜ਼ਾਂ ਹੋਈਆਂ ਸੀ, ਉਸ ਟਾਈਮ ਕੀ ਹੋਇਆ? ਫਿਰ ਉਸਨੇ ਕੀ ਕੀਤਾ? ਜਦੋਂ ਸੁਜਾਖਾ ਹੋ ਗਿਆ, ਕਹਿੰਦਾ ਉੱਠ ਕੇ ਬਪਤਿਸਮਾ ਲਿਆ, ਉਹਨੇ ਭੋਜਨ ਖਾਧਾ। ਭੋਜਨ ਖਾਧਾ ਮੀਨਸ ਪ੍ਰਭੂ ਭੋਜ ਕੀਤਾ ਅਤੇ ਵੱਲ ਪ੍ਰਾਪਤ ਕੀਤਾ, ਸ਼ਕਤੀ ਨੂੰ ਪ੍ਰਾਪਤ ਕੀਤਾ, ਪਵਿੱਤਰ ਆਤਮਾ ਨੂੰ ਪ੍ਰਾਪਤ ਕੀਤਾ। ਅੱਜ ਜਦੋਂ ਅਸੀਂ ਵੀ ਪ੍ਰਭੂ ਦੇ ਉੱਪਰ ਪਹਿਲਾ ਵਿਸ਼ਵਾਸ, ਪ੍ਰਭੂ ਨੂੰ ਜਾਣਿਆ, ਪ੍ਰਭੂ ਦੇ ਉੱਪਰ ਵਿਸ਼ਵਾਸ ਕੀਤਾ ਕਿ ਉਹਦੇ ਲਈ ਮਨ ਬਣਾਇਆ ਆਪਣਾ ਕਿ ਹਾਂ ਇਹੀ ਆ ਮੇਰਾ ਸਭ ਕੁਝ, ਹੁਣ ਇਹੀ ਮੇਰਾ ਰਾਹ ਸੱਚਾਈ ਜੀਵਨ ਆ, ਮੈਂ ਇਹਦੇ ਹੀ ਰਾਹਾਂ 'ਤੇ ਚੱਲਣਾ ਆ, ਹੁਣ ਪ੍ਰਭੂ ਯਸ਼ੂ ਹੀ ਮੇਰਾ ਸਭ ਕੁਝ ਆ, ਹੁਣ ਹੋਰ ਕੋਈ ਗੋਡ ਮੇਰਾ ਕੁਛ ਨਹੀਂ ਹੈਗਾ। ਫਿਰ ਉਸ ਤੋਂ ਬਾਅਦ ਕੀ ਕੀਤਾ? ਕਈ ਵਾਰ ਤੁਹਾਡੀ ਜ਼ਿੰਦਗੀ ਦੇ ਵਿੱਚ ਬਲੈਸਿੰਗਸ ਵੀ ਆਉਂਦੀਆਂ, ਹੀਲਿੰਗਸ ਵੀ ਆਉਂਦੀਆਂ ਆ, ਪਰ ਉਸ ਤੋਂ ਬਾਅਦ ਜਦੋਂ ਆਪਾਂ 18 ਦੇ ਵਿੱਚ ਦੇਖਦੇ, ਕਹਿੰਦਾ ਉਸੇ ਘੜੀ ਜਦੋਂ ਠੀਕ ਹੋ ਗਿਆ, ਹੀਲ ਹੋ ਗਿਆ। ਕਈ ਲੋਕ, ਬਹੁਤ ਸਾਰੇ ਲੋਕ ਹੀਲ ਵੀ ਹੋ ਜਾਂਦੇ ਆ, ਸਾਰਾ ਕੁਝ ਹੋ ਜਾਂਦਾ ਆ। ਪਹਿਲਾਂ ਕੀ ਹੋਇਆ ਉਹਦੀ ਜ਼ਿੰਦਗੀ ਦੇ ਵਿੱਚ? ਵਚਨ ਆਇਆ, ਪ੍ਰਭੂ ਆਇਆ, ਹੀਲਿੰਗ ਆਈ। ਬਹੁਤ ਸਾਰੇ ਮਸੀਹਾਂ ਦੀ ਜ਼ਿੰਦਗੀ 'ਚ ਇਸ ਤਰ੍ਹਾਂ ਹੁੰਦਾ। ਹਾਲੇਲੂਇਆ। ਤੋ ਫਿਰ ਕੀ ਹੋਇਆ? ਕਹਿੰਦਾ ਉਸੇ ਘੜੀ ਉਹ ਉੱਠਿਆ, ਉਹਨੇ ਬਪਤਿਸਮਾ ਲਿਆ, ਪ੍ਰਭੂ ਭੋਜ ਲਿਆ ਤੇ ਪਵਿੱਤਰ ਆਤਮਾ ਨੂੰ ਪਾਇਆ। ਹਾਲੇਲੂਇਆ। ਹੁਣ ਇੱਥੇ ਜਦੋਂ ਆਪਾਂ ਰਸੂਲਾ 22 ਦੇ ਵਿੱਚ ਦੇਖਦੇ ਹਾਂ, 22 ਦੀ 13 ਦੇ ਵਿੱਚ ਦੇਖਦੇ ਹਾਂ, ਉੱਥੇ ਸਲੌਸ ਜਿਹੜਾ ਸੌਲਸ ਆ ਉਹ ਆਪਣੀ ਗਵਾਹੀ ਦੇ ਰਿਹਾ ਆ। ਸੌਲਸ ਕਹਿ ਰਿਹਾ ਆ ਉੱਥੇ, ਕਹਿੰਦਾ ਕਿ ਉਹ ਮੇਰੇ ਕੋਲ ਆਇਆ, ਉਹਨੇ ਕਹਿੰਦਾ ਕੋਲ ਖੜਾ ਹੋ ਕੇ ਮੈਨੂੰ ਆਖਿਆ, ਭਾਈ ਸੌਲਸ ਫਿਰ ਵੇਖਣ ਲੱਗ ਜਾ। ਉਸੇ ਵੇਲੇ ਕਹਿੰਦਾ ਮੈਂ ਦੇਖਣ ਲੱਗ ਗਿਆ। ਕਹਿੰਦਾ ਮੈਂ ਉਸ ਨੂੰ ਦੇਖਿਆ, ਉਹ ਬੋਲਿਆ, ਸਾਡੇ ਵੱਡਿਆਂ ਦੇ ਪਰਮੇਸ਼ਵਰ ਨੇ ਤੈਨੂੰ ਠਹਿਰਾਇਆ ਹੈ ਜੋ ਤੂੰ ਉਹਦੀ ਮਰਜ਼ੀ ਨੂੰ ਜਾਣੇ, ਉਸ ਧਰਮੀ ਨੂੰ ਵੇਖੇ ਅਤੇ ਉਸ ਦੇ ਮੂੰਹ ਦੇ ਸ਼ਬਦ ਨੂੰ ਸੁਣੇ। ਹਾਲੇਲੂਇਆ। ਸਭ ਤੋਂ ਪਹਿਲਾਂ ਕੀ ਕਹਿੰਦਾ? ਉਹਨੇ ਮੈਨੂੰ ਕਿਹਾ ਕਿ ਤੂੰ ਉਹਨੂੰ ਜਾਣੇ, ਉਹਦੇ ਮੂੰਹ ਦੇ ਸ਼ਬਦਾਂ ਨੂੰ ਸੁਣੇ। ਕਹਿੰਦਾ ਫੇਰ 15 ਵਿੱਚ ਲਿਖਿਆ, ਕਹਿੰਦਾ
ਕਿਉਂ ਜੋ ਉਸ ਦੇ ਲਈ ਤੂੰ ਸਭ ਮਨੁੱਖਾਂ ਦੇ ਅੱਗੇ ਉਹਨਾਂ ਗੱਲਾਂ ਦਾ ਗਵਾਹ ਹੋਵੇਂਗਾ ਜਿਹੜੀਆਂ ਤੂੰ ਵੇਖੀਆਂ ਤੇ ਸੁਣੀਆਂ ਹਨ। ਹਾਲੇਲੂਇਆ। ਤੇ ਗਵਾਹੀ ਵੀ ਦਿੱਤੀ ਉਹਦੀ ਜ਼ਿੰਦਗੀ ਦੇ ਵਿੱਚ। ਕਹਿੰਦਾ ਹੁਣ ਤੂੰ ਕਿਉਂ ਢਿੱਲ ਕਰਦਾ ਹੈ, ਉੱਠ, ਉਸ ਦਾ ਨਾਮ ਲੈਂਦਾ ਹੋਇਆ ਬਪਤਿਸਮਾ ਲੈ ਤੇ ਆਪਣੇ ਪਾਪ ਧੋ ਸੁੱਟ। ਹਾਲੇਲੂਇਆ। ਰਸੂਲਾਂ ਦੀ ਕਿਤਾਬ 22 ਦੇ ਵਿੱਚ ਲਿਖਿਆ ਹੋਇਆ ਆ 16 ਦੇ ਵਿੱਚ। ਫਿਰ ਕਹਿੰਦੇ ਕੀ ਕਿਹਾ ਮੈਨੂੰ ਉਸ ਮਨੁੱਖ ਨੇ। ਇੱਥੇ ਜਿਹੜਾ ਸੌਲਸ ਆ ਉਹ ਆਪਣੀ ਗੱਲ ਦੱਸ ਰਿਹਾ ਆ। ਸੌਲਸ ਆਪਣੀ ਗੱਲ ਦੱਸ ਰਿਹਾ ਆ। ਕਹਿੰਦਾ ਕਿ ਵੀ ਉਹਨੇ ਮੈਨੂੰ ਫਿਰ ਕਿਹਾ ਕਿ ਕਹਿੰਦਾ ਹੁਣ ਤੂੰ ਢਿੱਲ ਨਾ ਲਾ, ਤੂੰ ਇੰਨਾ ਮਸਾ ਤੇਰੇ ਵਿੱਚ ਪਰਮੇਸ਼ਰ ਨੇ ਭਰ ਦਿੱਤਾ, ਤੈਨੂੰ ਹੀਲ ਕਰ ਦਿੱਤਾ ਆ, ਤੇਰੇ ਨਾਲ ਪਰਮੇਸ਼ਰ ਨੇ ਗੱਲਬਾਤ ਕੀਤੀ। ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ, ਬਹੁਤ ਵੱਡੀ ਗੱਲ ਆ ਕਿ ਤੂੰ ਪਾਪਾਂ ਤੋਂ ਤੋਬਾ ਕੀਤੀ ਅੱਜ, ਕਿ ਤੈਨੂੰ ਪਤਾ ਲੱਗ ਗਿਆ ਤੂੰ ਪਾਪੀ ਸੀ, ਤੂੰ ਮਸੀਹ ਲੋਕਾਂ ਨੂੰ ਮਾਰਦਾ ਸੀ, ਬਟ ਹੁਣ ਤੂੰ ਪ੍ਰਭੂ ਯਿਸੂ ਨੂੰ ਜਾਣਨ ਵਾਲਾ ਬਣ ਗਿਆ। ਹੁਣ ਤੂੰ ਉਹੀ ਮਸੀਹ ਲੋਕਾਂ ਦੀ ਰੱਖਿਆ ਕਰਨ ਵਾਲਾ ਬਣ ਗਿਆ ਆ। ਹੁਣ ਤੂੰ ਢਿੱਲ ਨਾ ਲਾ, ਹੁਣ ਤੂੰ ਕੀ ਕਰ, ਬਪਤਿਸਮਾ ਲੈ ਲਾ ਅਤੇ ਆਪਣੇ ਪਾਪ ਧੋ ਸੁੱਟ। 17 ਵਿੱਚ ਲਿਖਿਆ ਇਸੇ ਤਰ੍ਹਾਂ, ਕਹਿੰਦਾ ਇਸੇ ਤਰ੍ਹਾਂ ਹੋਇਆ ਕਿ ਜਦੋਂ ਮੈਂ ਯਰੂਸ਼ਲਮ ਨੂੰ ਮੁੜਿਆ ਤੇ ਹੈਕਲ ਵਿੱਚ ਪ੍ਰਾਰਥਨਾ ਕਰਦੇ ਹੋ ਬੇਸੁੱਧ ਹੋ ਗਿਆ। ਇੰਨਾ ਜਿਹੜਾ ਸੌਲ ਸੀਗਾ ਇੰਨੀ ਪ੍ਰਾਰਥਨਾ ਕਰਦਾ ਹੁੰਦਾ ਸੀਗਾ ਕਿ ਪ੍ਰਭੂ ਦੇ ਵਿੱਚ ਖੋ ਜਾਂਦਾ ਹੁੰਦਾ ਸੀ, ਕਿ ਇੰਨਾ ਉਹ ਪਰਮੇਸ਼ਰ ਦੇ ਵਿੱਚ ਲੱਗਾ ਰਹਿੰਦਾ ਸੀ। ਹਾਲੇਲੂਇਆ। ਆਫਟਰ ਬੈਪਟਾਈਜ਼ ਪਰਮੇਸ਼ਰ ਨੂੰ ਖੋਜਣਾ ਸ਼ੁਰੂ ਕਰ ਦਿੱਤਾ, ਪਰਮੇਸ਼ਰ ਨਾਲ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਲੋਕਾਂ ਲਈ ਪ੍ਰਾਰਥਨਾਵਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਪਰਮੇਸ਼ਰ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ, ਪਰਮੇਸ਼ਰ ਦੇ ਨਾਮ ਨੂੰ ਮਹਿਮਾ ਦੇਣੀ ਸ਼ੁਰੂ ਕਰ ਦਿੱਤੀ। ਹਾਲੇਲੂਇਆ। ਇਹ ਨਹੀਂ ਬਪਤਿਸਮਾ ਲੈ ਲਿਆ ਫਿਰ ਗਰਲਫ੍ਰੈਂਡਾਂ ਬਣਾ ਲਈਆਂ, ਫਿਰ ਬॉयਫ੍ਰੈਂਡ ਬਣਾ ਲਿਆ, ਫਿਰ ਉਹੀ ਪ੍ਰੇਪਚਾਰ, ਫਿਰ ਉਹੀ ਚੋਰੀ, ਫਿਰ ਉਹੀ ਗੰਦੇ ਕੰਮ, ਨੋ, ਫਿਰ ਉਹੀ ਬੁਰਾਈ, ਫਿਰ ਉਹੀ ਅਬਿਊਜ਼ਿੰਗ, ਨੋ। ਬਪਤਿਸਮਾ ਲੈਣ ਦਾ ਮਤਲਬ ਆ ਕਿ ਪੁਰਾਣੀ ਜ਼ਿੰਦਗੀ ਖਤਮ, ਦੀ ਐਂਡ। ਹਾਲੇਲੂਇਆ। ਦੇਖਦੇ ਹਾਂ ਰਸੂਲਾਂ ਦੀ ਕਿਤਾਬ 2:38 ਦੇ ਵਿੱਚ ਪਤਰਸ ਵੀ ਪ੍ਰਚਾਰ ਕਰ ਰਿਹਾ ਆ ਕਲੀਸਿਆ ਦੇ ਅੱਗੇ, ਲੋਕਾਂ ਦੇ ਅੱਗੇ, ਗੈਰ ਕੌਮਾਂ ਦੇ ਅੱਗੇ ਪ੍ਰਚਾਰ ਕਰ ਰਿਹਾ ਆ। ਕੀ ਕਰ ਰਿਹਾ ਉਹ ਪ੍ਰਚਾਰ, ਜਦੋਂ ਆਪਾਂ 38 ਦੇ ਵਿੱਚ ਪੜ੍ਹਦੇ ਹਾਂ, ਕਹਿੰਦਾ ਤਦ ਪਤਰਸ ਨੇ ਉਹਨਾਂ ਨੂੰ ਆਖਿਆ ਤੋਬਾ ਕਰੋ, ਤੋਬਾ ਕਰੋ। ਤੋਬਾ ਕਰੋ ਮੀਨਸ ਮਨ ਨੂੰ ਫਰਾਓ, ਮਨ ਫਰਾਓ। ਹਾਲੇਲੂਇਆ। ਤੁਹਾਡੇ ਵਿੱਚੋਂ ਹਰੇਕ ਆਪਣੇ ਪਾਪਾਂ ਦੀ ਮਾਫੀ ਦੇ ਲਈ ਯਿਸੂ ਮਸੀਹ ਦੇ ਅੱਗੇ ਆਵੇ। ਪ੍ਰਭੂ ਯਿਸੂ ਮਸੀਹ ਕੋਲ ਰਾਈਟ ਆ, ਅਧਿਕਾਰ ਆ ਪਾਪ ਮਾਫ ਕਰਨੇ ਦਾ। ਹਾਲੇਲੂਇਆ। ਸੋ ਅੱਜ ਵੀ ਬਪਤਿਸਮਾ ਲੈਣ ਤੋਂ ਪਹਿਲਾਂ ਪ੍ਰਭੂ ਯਿਸੂ ਮਸੀਹ ਦੇ ਅੱਗੇ ਪ੍ਰਾਰਥਨਾ ਦੇ ਵਿੱਚ ਰਹੋ ਕੰਟੀਨਿਊ, ਕਿ ਪ੍ਰਭੂ ਯਿਸੂ ਮਸੀਹ ਮੇਰੇ ਪਾਪ ਮਾਫ ਕਰ, ਮੈਂ ਤੇਰੇ ਤੇ ਵਿਸ਼ਵਾਸ ਕੀਤਾ ਆ, ਮੈਂ ਆਪਣੇ ਮਨ ਨੂੰ ਫਰਾਉਣਾ, ਮੈਂ ਆਪਣੀ ਪੁਰਾਣੀ ਇਨਸਾਨੀਅਤ ਨੂੰ ਲਾਉਣਾ ਆ, ਮੈਂ ਤੈਨੂੰ ਕਬੂਲ ਕਰਦਾ ਆਪਣੀ ਜ਼ਿੰਦਗੀ ਦੇ ਵਿੱਚ, ਮੈਂ ਤੇਰੇ ਹੀ ਰਾਹਾਂ 'ਤੇ ਚੱਲਣਾ ਆ, ਮੈਂ ਤੇਰੇ ਡਰ ਭੈ ਨੂੰ ਆਪਣੇ ਦਿਲ ਵਿੱਚ ਰੱਖਦਾ, ਮੈਂ ਤੇਰਾ ਪ੍ਰਚਾਰ ਕਰੂੰਗਾ, ਮੈਂ ਤੇਰੇ ਕੰਮਾਂ ਨੂੰ ਕਰੂੰਗਾ। ਹਾਲੇਲੂਇਆ। ਸੋ ਕੀ ਲਿਖਿਆ, ਕਹਿੰਦਾ ਤਦ ਪਤਰਸ ਨੇ ਉਹਨਾਂ ਨੂੰ ਆਖਿਆ ਤੋਬਾ ਕਰੋ, ਤੁਹਾਡੇ ਵਿੱਚੋਂ ਹਰੇਕ ਆਪਣੇ ਆਪ ਦੀ ਮਾਫੀ ਦੇ ਲਈ ਯਿਸੂ ਮਸੀਹ ਦੇ ਨਾਮ ਉੱਤੇ ਬਪਤਿਸਮਾ ਲਵੇ, ਤਦ ਤੁਸੀਂ ਪਵਿੱਤਰ ਆਤਮਾ ਦਾ ਵਰਦਾਨ ਪਾਓਗੇ, ਪਵਿੱਤਰ ਆਤਮਾ ਦਾ ਵਰਦਾਨ ਪਾਓਗੇ। ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਨੇ ਵੀ ਬਪਤਿਸਮਾ ਲਿਆ, ਉਸ ਤੋਂ ਬਾਅਦ ਉਹਦੇ ਚੇਲਿਆਂ ਨੇ ਬਪਤਿਸਮਾ ਲਿਆ, ਉਸ ਤੋਂ ਬਾਅਦ ਉਹਨੇ ਹੁਕਮ ਦਿੱਤਾ ਕਿ ਜਾਓ ਪ੍ਰਚਾਰ ਕਰੋ, ਲੋਕਾਂ ਨੂੰ ਕਹੋ ਤੋਬਾ ਕਰੋ, ਬਪਤਿਸਮਾ ਲਓ। ਇਹ ਇੱਕ ਹੁਕਮ ਬਣ ਗਿਆ, ਅੱਜ ਇੱਕ ਹੁਕਮ ਆ, ਪਰ ਹੁਕਮ ਦੇ ਪਿੱਛੇ ਦੀ ਜਿਹੜੀ ਕੰਡੀਸ਼ਨ ਆ ਉਹ ਇਹ ਆ ਕਿ ਸਭ ਤੋਂ ਪਹਿਲਾਂ ਤੋਬਾ ਕਰਨੀ, ਵਿਸ਼ਵਾਸ ਕਰਨਾ, ਫਿਰ ਬਪਤਿਸਮਾ ਲੈਣਾ। ਹਾਲੇਲੂਇਆ। ਜੇ ਅੱਜ ਤੁਸੀਂ ਆਪਣੇ ਪਾਪਾਂ ਤੋਂ ਤੋਬਾ ਕਰ ਲਈ ਆ, ਜੇਕਰ ਤੁਸੀਂ ਪ੍ਰਭੂ ਯਿਸੂ ਦੇ ਨਾਮ ਉੱਤੇ ਵਿਸ਼ਵਾਸ ਕਰਦੇ, ਉਹਨੂੰ ਆਪਣਾ ਆਧਾਰ ਕਰਤਾ ਮੰਨਦੇ ਆ, ਗੋ ਅਹੈਡ फॉर बैप्टाइज। हालेलुया। परमेश्वर आपके साथ है, तो कोई चीज़ नहीं रोक सकती। जैसे खोजा ने कहा कि कोई चीज़ नहीं अब मुझे रोक सकती बपतिस्मा लेने से, तो आपको भी कोई चीज़ अभी नहीं रोक सकती बपतिस्मा लेने से। यदि आपका विश्वास है परमेश्वर पर, यदि आपने मान लिया है कि प्रभु यीशु ही मेरा उद्धार करता है, मैं उसी के राहों पर चलूँगा, उसी को फॉलो करूँगा, उसी के लिए जीऊँगा, उसी के लिए मरूँगा। हालेलुया। ਉਹਨਾਂ ਟਾਈਮਾਂ ਦੇ ਵਿੱਚ ਵੀ ਕੀ ਹੁੰਦਾ ਸੀ ਕਿ ਪ੍ਰਚਾਰ ਹੁੰਦਾ ਸੀ, ਚੇਲੇ ਪ੍ਰਚਾਰ ਕਰਦੇ ਸੀ, ਪ੍ਰਭੂ ਯਿਸੂ ਮਸੀਹ ਨੇ ਪ੍ਰਚਾਰ ਕੀਤਾ ਕਿ ਤੋਬਾ ਕਰੋ, ਤੋਬਾ ਕਰੋ, ਬਪਤਿਸਮਾ ਲਓ, ਮਨ ਫਰਾਓ, ਛੱਡ ਦਿਓ ਪੁਰਾਣੀ ਇਨਸਾਨੀਅਤ।
पर उत्थे भी की होया सी जदों आपां लूका 7:30 ਦੇ ਵਿੱਚ ਦੇਖਦੇ ਕਹਿੰਦੇ ਕਿ ਕੀ ਉੱਥੇ ਪਰ ਫਰੀਸੀਆਂ ਅਤੇ ਉਪਦੇਸ਼ਕਾਂ ਨੇ ਉਸ ਕੋਲੋਂ ਬਪਤਿਸਮਾ ਨਾ ਲੈ ਕੇ ਆਪਣੇ ਪਰਮੇਸ਼ਰ ਦੀ ਇੱਛਾ ਨੂੰ ਟਾਲ ਦਿੱਤਾ। मतलब कि परमेश्वर की इच्छा ਨੂੰ इग्नोर कर दिता, परमेश्वर की इच्छा ਨੂੰ ਛੱਡ ਦਿੱਤਾ। ਇਹ परमेश्वर की इच्छा है कि तुसीं बपतिस्मा लो, ये परमेश्वर की इच्छा आ कि जो तुसीं तोबा कर ली है, जो तुसीं प्रभु यीशु मसीह नूं जान लिया है, तो फिर तुसीं बपतिस्मा भी लो। हालेलुया। तो अज की वीडियो बहुत लंबी हुंदी जांदी आ, सो मैं इनू इत्थे ही प्रार्थना दे नाल ख़त्म करदी हाँ। हो सके तो मेरा जिहड़ा दूसरा पार्ट है जरूर बपतिस्मे ते बनाऊँगी, करके बपतिस्मे दे बारे विच घट्टो घट्ट 100-150 जिहड़ा वचन आ बपतिस्मे दे बारे विच लिखिया गया आ कि आपनू सही मैने विच किहड़ा बपतिस्मा आ, किद्दां बपतिस्मा लेना चाहिए, किन्ने बपतिस्मा देना, किन्ने बपतिस्मा लेना चाहिए किन्हां नूं। सो हो सकता मेरा दूसरा पार्ट भी बनावां वीडियो दा तुहाडे सब दे लई। हालेलुया। तो हुण आपां प्रार्थना दे वल जाने आ और इन्हां वचनां लई आमीन कहने आ, धन्नवाद करदे सी परमेश्वर दा। हालेलुया। मेरे बहुत सारे भैन भरा सीगे जो बपतिस्मा लेना चाहुंदे सी, बट वो चाहुंदे सी कि सानूं बपतिस्मे दे बारे पता लगे, बाइबल विच किद्दां लिखिआ की लिखिआ आ। सो मैं उन्होंने नज़र विच रखते हुए इस वीडियो नूं बनाया ताकि उन्होंने बपतिस्मे के बारे पता लगे। होर भी बहुत सारे भैन भाई जिन्होंने इस वीडियो नूं सुनना आ, देखना आ, मैं परमेश्वर के नाम दे विच उन्हां लोकां लई प्रार्थना दे विच जा रही हाँ। हालेलुया। थैंक यू लॉर्ड जीसस, थैंक यू फादर जीसस। है मेरे महान परमेश्वर जिंदा खुदा जलाली खुदा, आज जो भी इस वीडियो को वॉच करे खुदावंद यीशु नासरी देखे, पिता तेरे उद्धार को पाए, सचमुच अपने पापों से मुड़े खुदावंद यीशु नासरी, सचमुच अपनी पुरानी इंसानियत ला दे खुदावंद यीशु नासरी, सचमुच अपने रास्तों को चेंज करे, अपनी आदतों को चेंज करे, तेरे में नया हो जाए खुदावंद यीशु नासरी। है मेरे महान परमेश्वर होने दे खुदावंद यीशु नासरी, इन बच्चों की ज़िंदगियों में काम कर खुदावंद यीशु नासरी। तेरा आत्मा इन बच्चों की ज़िंदगियों में गवाही ठहराए खुदावंद यीशु नासरी। हालेलुया। थैंक यू लॉर्ड जीसस, थैंक यू फादर जीसस। जब भी ये तेरे बच्चे पिता परमेश्वर बैप्टाइज होने जाए, पिता परमेश्वर तेरा आत्मा इन पर उतरे खुदावंद यीशु नासरी। हालेलुया। थैंक यू लॉर्ड जीसस, थैंक यू फादर जीसस। है मेरे महान परमेश्वर, आज के वचनों के लिए, आज की प्रार्थना के लिए हम आपका धन्यवाद करते हैं खुदावंद यीशु नासरी। और हम ये सारी प्रार्थना पिता यीशु के नाम में मांगते हैं। जो भी भाई बहन विश्वास करते हैं प्रभु यीशु के नाम पर, सब बोलेंगे आमीन, आमीन।